अस्सलाम वालेकुम। प्रोग्राम जुर्म अंजाम के साथ मैं हूं मुजाहिद शेख। आज के प्रोग्राम में हम आपको दिखाएंगे कि रायविंड के इलाके में 8 से 10 साल बच्चे को कत्ल कर दिया जाता है। कत्ल करने वाला मकतूल बच्चे का बाप जो है, उसका फूफीजाद भाई उसको कत्ल करता है। जब पुलिस इसे गिरफ़्तार करती है तो पता ये चलता है कि मकतूल बच्चे की वालदा के साथ ये निकाह करने का ख्वाहिशमंद था। पुलिस की हिरासत में इसने तमाम राज उगले हैं। क्या इस बच्चे के वालदा के और इस मुलजिम के ताल्लुकात थे? इसके बारे में आपको दिखाएंगे आज के इस प्रोग्राम में। 8 से 10 साल बच्चा जो रायविंड के इलाके का रहायशी होता है, उसे गले में फंदा डाल के कत्ल किया जाता है और उसके बाद उसकी लाश को दरिया में फेंक दिया जाता है। मुलजिम भी गिरफ़्तार है और मुलजिम ने जो इतराफ़ी बयान दिया है वो भी आपको आगे जाके दिखाएंगे। इस वक्त मकतूल के लवाहकीन तो हमसे राब्ता या बात नहीं करना चाहते, लेकिन एक अज़ीज़ हैं, उनके बच्चे के रिश्तेदार हैं और उनसे हम पूछते हैं कि ये अफसोसनाक वाक़या और दिल खराश वाक़या कैसे पेश आया। बहुत शुक्रिया जी आपका। क्या नाम है और बच्चा आपका क्या लगता था? ਜਿਹੜਾ ਉਹਦਾ ਬਾਪ ਹੈ ਨਾ जी जी, ਬੇਟਾ ਜਿਹਦਾ ਬੇਟਾ ਹੈ ਉਹਦਾ ਜੋ ਵੱਡਾ ਭਾਈ ਹੈ ਨਾ ਉਹ ਮੇਰੀ ਭਤੀਜੀ ਉਨਕੇ ਘਰ ਹੈ। ਉਹਨਾਂ ਦੇ ਘਰ ਹੈ। ਠੀਕ ਹੋ ਆਪਦੇ ਗਿਆ। ਘਰ ਬੇਟੀ ਅੱਛਾ, ਸੀ। ਤੁਹਾਡਾ ਤੁਸੀਂ ਕਿੱਥੇ ਦੇ? ਇੱਥੇ ਦੇ ਲਾਹੌਰ? ਮੈਂ ਰੈਵਿੰਡ ਦਾ ਹੀ ਰਾਸ਼ੀ ਹਾਂ। ਅੱਛਾ, ਰਾਇਵਿੰਡ ਦੇ ਰਿਹਾਇਸ਼ੀ ਹੋ। ਵਾਕਿਆ ਹੋਇਆ ਕਿ ਬੱਚਾ ਅਗਵਾ ਹੁੰਦਾ ਹੈ, ਤਲਾਸ਼ ਹੁੰਦੀ ਹੈ, ਕਿਸ ਤਰ੍ਹਾਂ ਕੀ ਪੇਸ਼ ਕੀ ਆਂਦਾ, ਜ਼ਰਾ ਤਫਸੀਲ ਦੱਸੋ। ਜਦੋਂ ਬੱਚਾ ਅਗਵਾ ਹੋਇਆ ਅਸੀਂ ਥਾਣੇ ਦਰਖਾਸਤ ਦਿੱਤੀ ਹੈ, ਠੀਕ ਹੈ। ਫੌਰੀ ਪੁਲਿਸ ਨੇ ਕਾਰਵਾਈ ਕੀਤੀ ਹੈ। FIR ਹੋ ਗਈ ਅਗਵਾ ਉਸੇ ਦੀ? ਟਾਈਮ ਉਹਨਾਂ ਮੌਕੇ ਤੇ ਆਏ ਨੇ, ਉਹਨਾਂ FIR ਕੱਟੀ ਹੈ, ਉਹਨਾਂ ਦੇ ਘਰ ਰੇਟ ਕੀਤੀ, ਅਸੀਂ ਜਿੱਥੇ ਰੇਟ ਕਰਵਾਈ ਹੈ। ਠੀਕ ਹੈ। ਥਾਣੇਦਾਰ ਗਿਆ, ਉਹਦੇ ਦੋ ਭਾਈ ਫੜ ਕੇ ਲਿਆਂਦੇ ਨੇ ਜਿਹਦੇ ਤੇ ਸਾਨੂੰ ਪਹਿਲੇ ਸ਼ੱਕ ਸੀ। ਠੀਕ ਹੈ। ਉਹਦਾ ਸਾਂਢੂ ਸੀ, ਉਹਦੇ ਘਰ ਆਇਆ ਸੀ ਤੇ ਉਹਨੇ ਕਿਹਾ ਵੀ ਇਹਨਾਂ ਦੀ ਆਪਸ ਵਿੱਚ ਬੋਲ ਚਾਲ ਨਹੀਂ ਹੈਗੀ ਸੀ, ਲਾਗਤਬਾਜ਼ੀ ਸੀ। ਇਹ ਜਿਹਨੇ ਕਤਲ ਕੀਤਾ ਇਹ ਵੀ ਉਹਨਾਂ ਦੇ ਘਰ ਆਇਆ ਸੀ। ਠੀਕ ਹੈ। ਇਹ ਵੀ ਇੱਥੇ ਸੀ। ਇਹ ਰਾਤ ਨੂੰ ਆਇਆ ਤੇ ਸਵੇਰ ਵਾਪਸ ਉਹ ਜਦੋਂ ਆਇਆ ਨੇ ਬਾਹਰ ਨਿਕਲ ਗਿਆ। ਇਹਨੇ ਬੱਚੇ ਨੂੰ ਇਸ਼ਾਰਾ ਕੀਤਾ ਵੀ ਬਾਹਰ ਆ। ਠੀਕ ਹੈ। ਅੱਛਾ ਨਦੀਮ ਸਾਹਿਬ, ਇਹ ਦੱਸੋ ਕਿ ਜਿਹਦੇ ਤੇ ਬੱਚੇ ਦੇ ਮਾਂ-ਬਾਪ ਨੂੰ, ਬੱਚੇ ਦੇ ਰਿਸ਼ਤੇਦਾਰਾਂ ਨੂੰ, ਯਾਨੀ ਕਿ ਤੁਹਾਨੂੰ ਸਭ ਲੋਕਾਂ ਨੂੰ ਸ਼ੱਕ ਸੀ, ਉਹਦੀ ਵਜ੍ਹਾ ਕੀ ਸੀ ਕਿ ਕਿਉਂ ਉਹਦੇ ਤੇ ਸ਼ੱਕ ਕੀਤਾ ਜਾ ਰਿਹਾ ਸੀ? ਉਹਦੇ ਤੇ ਇਸ ਵਜ੍ਹਾ ਤੋਂ ਸ਼ੱਕ ਜਾ ਰਿਹਾ ਸੀ ਵੀ ਉਹ ਦੋ ਭੈਣਾਂ ਉਹਨਾਂ ਦੇ ਦੋ ਸਾਂਢੂ ਸੀ। ਠੀਕ ਹੈ। ਉਹ ਉਹਨਾਂ ਨਾਲ ਬੋਲ ਚਾਲ ਨਹੀਂ ਸੀ। ਠੀਕ ਹੈ। ਉਹਦੀ ਬੇਗਮ ਘਰ ਤੋਂ ਨੱਸੀ ਹੋਈ ਸੀ। ਅੱਛਾ। ਉਹ ਆਇਆ ਵੀ ਮੇਰੀ ਬੇਗਮ ਇੱਥੇ ਤੁਹਾਡੇ ਕੋਲ ਆਈ ਹੋਵੇ ਜਾਂ ਕੋਈ ਗੱਲ ਜਾਂ ਬਾਤ। ਉਹਨਾਂ ਕਿਹਾ ਜੀ ਨਹੀਂ, ਸਾਡੇ ਵੱਲੇ ਨਹੀਂ। ਉਹ ਬੈਠਾ ਹੈ, ਉਹ ਚੈੱਕ ਕਰਦਾ ਰਿਹਾ ਵੀ ਇਹਦੇ ਘਰ ਬੇਗਮ। ਉਹਨਾਂ ਕਿਹਾ ਵੀ ਸਾਡੇ ਕੋਲ ਨਹੀਂ ਹੈ। ਠੀਕ ਹੈ। ਉਹ ਜਦੋਂ ਵਾਪਸ ਗਿਆ ਚਲਾ, ਬੱਚਾ ਦੂਸਰਾ ਬੰਦਾ ਜਿਹੜਾ ਫੜਿਆ ਗਿਆ ਇਹ ਲੈ ਗਿਆ ਨਾਲ। ਠੀਕ ਹੈ। ਉਹਨੂੰ ਨਾ ਫੋਨ। ਅੱਛਾ, ਉਹਦੇ ਤੇ ਸਿਰਫ ਸ਼ੱਕ ਇਸ ਵਜ੍ਹਾ ਤੋਂ ਸੀ ਕਿ ਉਸ ਬੰਦੇ ਦੀ ਘਰੋਂ ਉਹਦੀ ਬੀਵੀ ਚਲੀ ਗਈ ਸੀ ਤੇ ਉਹਦਾ ਜਿਹੜਾ ਪਿਓ ਸੀ ਨਾ, ਉਹਨੇ ਕਿਹਾ ਵੀ ਉਹਨਾਂ ਕੋਲ ਹੀ, ਮਤਲਬ ਜਿਹੜਾ ਅਬਦੁਰ ਰਹਿਮਾਨ ਨੇ ਉਹਦੇ ਮਾਂ-ਬਾਪ ਦੇ ਘਰ ਹੈ, ਉਹਦੇ ਘਰ ਹੈ ਬੀਵੀ ਉਹਦੀ, ਤੇ ਇਸ ਵਜ੍ਹਾ ਤੋਂ ਘਰ ਆਇਆ ਔਰ ਉਹਨੂੰ ਸ਼ੱਕ ਉਹਨਾਂ ਨੂੰ ਹੋਇਆ, ਮਕਤੂਲ ਦੇ ਮਾਂ-ਬਾਪ ਨੂੰ, ਖਾਨਦਾਨ ਵਾਲਿਆਂ ਨੂੰ, ਵੀ ਉਹ ਲੈ ਨਾ ਗਿਆ ਹੋਵੇ ਬੱਚੇ ਨੂੰ ਉਹਨਾਂ ਲੈ ਗਿਆ ਹੋਵੇ, ਤੇ ਇਸ ਵਜ੍ਹਾ ਤੋਂ ਉਹਦੇ ਤੇ ਸ਼ੱਕ ਸੀ। ਨਾਮਜ਼ਦ ਪਰਚਾ ਇਸ ਪਾਸੇ ਕਰਵਾ ਦਿੱਤਾ ਗਿਆ। ਅਸੀਂ ਨਾਮਜ਼ਦ ਉਹਦਾ ਨਹੀਂ ਕਰਵਾਇਆ ਸੀ, ਅਸੀਂ ਨਾਮਜ਼ਦ ਕਰਾਇਆ ਸੀ। ਅੱਛਾ, ਠੀਕ ਹੈ। ਲੇਕਿਨ ਤੁਹਾਨੂੰ ਸ਼ੱਕ ਉਹਦੇ ਤੇ? ਅਸੀਂ ਉਹਨੂੰ ਫੋਨ ਕੀਤਾ ਵੀ ਯਾਰ ਤੂੰ ਬੱਚਾ ਤਾਂ ਨਹੀਂ ਲਗਿਆ? ਉਹਨੇ ਕਿਹਾ ਜੀ ਮੈਂ ਨਹੀਂ ਲਗਿਆ। ਉਹਨੇ ਕਿਹਾ ਜੇ ਤੂੰ ਬੱਚਾ ਨਹੀਂ ਲਗਿਆ ਤੇ ਸਾਡੇ ਕੋਲ ਵਾਪਸ ਆ, ਸਾਨੂੰ ਕੋਈ ਕਸਮ ਨਿਆ, ਕੋਈ ਧਿਆ, ਕੋਈ ਬੰਦੇ ਦੋ ਲੈ ਆ, ਸਾਨੂੰ ਤੇਰੇ ਤੇ ਡਾਊਟ ਹੈ। ਠੀਕ ਹੈ। ਉਹਨੇ ਨਾ, ਉਹ ਨਹੀਂ ਆਇਆ, ਉਹਨੇ ਨੰਬਰ ਬੰਦ ਕਰ ਦਿੱਤਾ। ਸ਼ੱਕ ਹੋਰ ਮਜ਼ਬੂਤ ਹੋ ਗਿਆ। ਹਾਂ, ਸ਼ੱਕ। ਅਸੀਂ ਰਾਤ ਨੂੰ ਰੇਟ ਕਰਵਾਈਏ। ਠੀਕ ਹੈ। ਅਸੀਂ ਉਹਦੇ ਦੋ ਭਰਾ ਫੜਾ ਕੇ ਲੈ ਆਂਦੇ। ਠੀਕ ਹੈ। ਜਦੋਂ ਭਰਾ ਬੰਦੇ ਥਾਣੇ ਆਏ ਨੇ, ਉਹ ਫਿਰ ਵੀ ਬੰਦਾ ਨਾ ਪੇਸ਼ ਨਹੀਂ ਹੋ ਰਿਹਾ ਸੀ। ਠੀਕ ਹੈ। ਉਹਦੇ ਲਈ ਨਾ ਥਾਣੇਦਾਰ ਨੇ ਰੇਟ ਕੀਤੀ ਰਾਤ ਨੂੰ ਫਿਰ ਦੁਬਾਰਾ। ਠੀਕ ਹੈ। ਮੈਂ ਖੁਦ ਨਾਲ ਗਿਆ ਸੀ। ਠੀਕ ਹੈ। ਉਹਦਾ ਘਰ ਨਹੀਂ, ਤਾਲੇ ਵੱਜੇ ਸਨ, ਉਹ ਨੱਸ ਗਿਆ। ਸਾਡਾ ਸ਼ੱਕ ਮਜ਼ਬੂਤ ਹੋ ਗਿਆ ਵੀ ਇਹਦਾ ਕੰਮ ਸੀ ਥਾਣੇ ਆ ਜਾਣਾ। ਠੀਕ ਹੈ। ਜਦੋਂ ਦੁਬਾਰਾ ਅਸੀਂ ਰੇਟ ਕਰਨ ਗਏ ਆ, ਅਸੀਂ ਇਸ ਤਰ੍ਹਾਂ ਕਿਹਾ ਵੀ ਇਸ ਤਰ੍ਹਾਂ ਨਹੀਂ ਦਾ ਪਤਾ ਕਰੋ ਇਹ ਬੰਦਾ ਹੈਗਾ ਕਿੱਥੇ। ਅਸੀਂ ਉਹਦੇ ਵਾਲਦ ਨੂੰ, ਇੱਕ ਜਿਹਨੇ ਕਤਲ ਕੀਤਾ ਸੀ ਇਹ ਵੀ ਨਾਲ ਹੀ ਗਿਆ ਸੀ, ਇਹ ਵੀ ਨਾਲ ਹੀ ਸੀ ਨਾ, ਸਾਡੇ ਪੇਸ਼ ਲਗਾ ਫਿਰਦਾ ਸੀ। ਠੀਕ ਹੈ। ਉਹ ਬੰਦੇ ਨੂੰ ਫੜਿਆ, ਦੋ ਮੁਲਾਜ਼ਮ, ਉੱਥੇ ਇੱਕ ਸਿਪਾਹੀ ਸੀ, ਉਹਨੇ ਉਹਨੂੰ ਛੁਡਵਾ ਦਿੱਤਾ। ਠੀਕ ਹੈ। ਅਸੀਂ ਫਿਰ ਰੇਟ ਗਏ ਪੁਲਿਸ ਲੈ ਕੇ। ਅਸੀਂ ਕਿਹਾ, ਉਹਨਾਂ ਕਿਹਾ ਜੀ ਅਸੀਂ ਬੰਦਾ ਪੇਸ਼ ਕਰ। ਠੀਕ ਹੈ ਜੀ। ਅਸੀਂ ਕਿਹਾ, ਉਹਨੇ ਕਿਹਾ ਮੈਂ 2 ਘੰਟਿਆਂ ਨੂੰ, ਮੁਲਾਜ਼ਮ ਦਾ ਭਰਾ ਸੀ, ਉਹ ਇੱਥੇ ਵੀ ਰਹਿ ਕੇ ਗਿਆ ਸੀ, ਸਿਪਾਹੀ ਸੀ।
ਠੀਕ ਹੈ। ਉਹ ਮੇਰਾ ਬਾਕਸ ਉਹਨੇ ਕਿ ਨਦੀਮ ਸਾਹਿਬ ਅਸੀਂ ਬੰਦਾ ਪੇਸ਼ ਕਰਦੇ। ਮੈਂ ਕਿਹਾ ਯਾਰ ਤੁਸੀਂ ਬੰਦਾ ਪੇਸ਼ ਕਰਦੇ ਜੇ, ਇਹ ਗੁਨਾਹਗਾਰ ਨਹੀਂ ਤਾਂ ਅਸੀਂ ਕਿਸੇ ਹੋਰ ਪਾਸੇ ਟੁਰਨ ਵਾਲੇ ਤੇ ਬਣੀਏ ਨਾ। ਬਿਲਕੁਲ ਸਹੀ ਹੈ, ਬਿਲਕੁਲ ਸਹੀ ਹੈ। ਜਿਹੜਾ ਸ਼ੱਕ ਹੈ ਉਹਨੂੰ ਕਲੀਅਰ ਕਰੀਏ ਅਸੀਂ। ਕਲੀਅਰ ਕਰੀਏ। ਠੀਕ ਹੈ ਜੀ। ਅਸੀਂ ਜਦੋਂ ਉਹਨੇ ਕਿਹਾ ਨਾ ਬੰਦਾ ਪੇਸ਼ ਕਰਨੇ ਆ, ਉਹਨੇ ਨਾ ਬੰਦਾ ਉਹਨਾਂ ਤੋਂ ਵੀ ਗਾਇਬ ਹੋ ਗਿਆ, ਉਹਨਾਂ 2 ਸਿਪਾਹੀਆਂ ਤੋਂ ਵੀ, ਮੁਲਾਜ਼ਮ ਸਨ ਜਿਹੜੇ। ਉਹ ਰਾਤ ਨੂੰ ਨਾ ਕਿਸੇ ਹੋਰ ਜਗ੍ਹਾ ਤੇ ਗਿਆ ਚਲਾ, ਉਹਨਾਂ ਨੂੰ ਕਹਿੰਦਾ ਜੀ ਮੈਂ ਚੱਲਣਾ ਤੁਹਾਡੇ ਨਾਲ, ਉੱਥੋਂ ਗਾਇਬ ਹੋ ਗਿਆ, ਮੋਟਰਸਾਈਕਲ ਲੈ ਕੇ ਗਾਇਬ ਹੋ ਗਿਆ। ਠੀਕ ਹੈ। ਉਹ ਦੁਬਾਰਾ ਜਦੋਂ ਅਸੀਂ ਰਾਤ ਹੋਈ ਨਾ ਤੇ ਸਾਨੂੰ ਉਹਨੇ ਹੀ ਬੰਦਾ ਆਇਆ, ਅਸੀਂ ਉਹਨੂੰ ਤਰਤੀਮੇ ਬਿਆਨ ਵਿੱਚ ਨਾ ਨਾਮਜ਼ਦ ਕਰ ਦਿੱਤਾ। ਠੀਕ ਹੈ ਜੀ। ਉਹ ਮੇਰੇ ਜੇਬ ਵਿੱਚ ਅੱਜ ਵੀ ਤਰਤੀਮਾ ਬਿਆਨ ਦੀ ਕਾਪੀ ਮੇਰੀ ਜੇਬ ਵਿੱਚ। ਠੀਕ ਹੈ। ਔਰ ਮੁਦਈ ਵਾਲਿਦ ਸੀ ਬੱਚੇ ਦਾ? ਹਾਂ, ਮੁਕੱਦਮੇ ਦਾ ਮੁਦਈ ਸੀ। ਮਤਲਬ ਸਾਰੀ ਐਫਰਟ ਮੈਂ ਕਰ ਰਿਹਾ ਸਾਂ। ਠੀਕ ਹੈ, ਠੀਕ ਹੈ। ਮੈਨੂੰ ਮਤਲਬ ਪਤਾ ਸੀ। ਤੁਸੀਂ ਇੱਥੇ ਦੀ ਮਸ਼ਹੂਰ ਸ਼ਖਸੀਅਤ ਹੋ। ਮੈਨੂੰ ਜਾਣਦੇ ਨੇ, ਹਰ ਬੰਦਾ ਮੈਨੂੰ ਜਾਣਦਾ ਸ਼ਹਿਰ ਦਾ। ਮੇਰਾ ਮਹਿਕਮੇ ਨਾਲ ਉਰੇ ਪਰੇ ਅੱਛਾ ਮੇਰਾ ਤਲਕ ਹੈ ਜੀ। ਠੀਕ। ਕੋਈ ਇਹ ਨਹੀਂ ਅਸੀਂ ਇਹਨਾਂ ਦੇ ਡਾਊਟਾਂ ਜਾਂ ਗੱਲ ਜਾਂ ਬਾਤ ਹੈ, ਇੱਜ਼ਤ ਨਾਲ ਆਈ ਦਾ ਕੰਮ ਸ਼ਮ। ਜਿਹੜਾ ਕੰਮ ਨਜਾਇਜ਼ ਹੋਵੇ ਇਹਨਾਂ ਦੇ ਮੂੰਹ ਤੇ ਕਹਿਣਾ ਤੁਸੀਂ ਇਹ ਨਜਾਇਜ਼ ਕਰ ਰਹੇ ਜੇ, ਨਹੀਂ ਅਸੀਂ ਹੋਣ ਦੇ। ਬਿਲਕੁਲ ਠੀਕ ਹੈ। ਅੱਛਾ, ਤੁਸੀਂ ਫਿਰ ਚਾਹੁੰਦੇ ਸੋ ਕਿ ਕਲੀਅਰ ਹੋ ਜਾਏ? ਕਲੀਅਰ ਹੋ ਜਾਏ। ਜਦੋਂ ਉਹ ਨਹੀਂ ਨਾ ਆਇਆ ਤੇ ਰਾਤ ਨੂੰ ਅਸੀਂ ਉਹਨੂੰ ਤਰਤੀਮੇ ਬਿਆਨ ਉਹਨੇ ਜ਼ਮਾਨਤ ਕਰਵਾ ਲਈ। ਉਹ ਜਿਹੜਾ ਪਹਿਲੇ ਫੜਿਆ ਸੀ ਨਾ ਮਸਕੀਨ, ਜਿਹਦੇ ਸਾਨੂੰ ਸ਼ੱਕ, ਜਦੋਂ ਉਹਨੇ ਜ਼ਮਾਨਤ ਕਰਾ ਲਈ ਸਾਡਾ ਹੋਰ ਸ਼ੱਕ ਪੱਕਾ ਹੋ ਗਿਆ ਵੀ ਇਹ ਮੁਲਜ਼ਮ ਨਾ ਹੁੰਦਾ ਪੁਲਿਸ ਦੇ ਸਾਹਮਣੇ ਆਉਂਦਾ। ਉਹ ਖੈਰ ਜਦੋਂ ਰਾਤ ਨੂੰ ਨਾ ਸਾਨੂੰ ਤਸਵੀਰਾਂ ਆਈਆਂ, ਮੈਨੂੰ ਉਹਨੇ ਕਿਹਾ ਸ਼ਾਦ ਨੇ ਵੀ ਤੁਸੀਂ ਤਰਤੀਮਾ ਬਿਆਨ ਦਿਓ, ਮੈਂ ਇਹਨੂੰ ਨਾਮਜ਼ਦ ਕਰ ਦੇਣਾ। ਤਰਤੀਮੇ ਬਿਆਨ ਤੇ ਹੋਣਾ ਨਾਮ ਨੂੰ ਪਰਚਾ। ਨਾ ਬਿਲਕੁਲ ਸਹੀ ਹੈ। ਅਸੀਂ ਤਰਤੀਮਾ ਬਿਆਨ ਦਿੱਤਾ, ਉਹਨੇ ਕਿਹਾ ਮੈਂ ਨਾਮਜ਼ਦ ਕਰਦਾ। ਮੈਂ ਚਾਰੇ ਸਾਹਿਬ ਬਹੁਤ ਅੱਛੇ ਨੇ, ਮੋਹਸਨ ਸਾਹਿਬ ਮੇਰਾ ਇਹਨਾਂ ਨਾਲ ਹੀ ਬੜਾ ਅੱਛਾ ਤਲਕ ਹੈ। ਠੀਕ ਹੈ ਜੀ। ਉਹਨਾਂ ਕਿਹਾ ਤੁਸੀਂ ਨਦੀਮ ਸਾਹਿਬ ਤਰਤੀਮਾ ਬਿਆਨ ਦਿਓ। ਮੈਂ ਡਿਪਟੀ ਸਾਹਿਬ ਕੋਲ ਗਿਆ, ਉਹਨਾਂ ਉਸੇ ਟਾਈਮ ਤਰਤੀਮਾ ਬਿਆਨ ਅਸੀਂ ਇਹਨਾਂ ਨਾਮਜ਼ਦ ਕਰ ਗਏ। ਰਾਤ ਨੂੰ ਅਸੀਂ ਜਦੋਂ ਇਹਨੂੰ ਨਾਮਜ਼ਦ ਕਰ ਦਿੱਤਾ ਨਾ, ਇਹਦੇ ਭਰਾ 2 ਸੀ, ਇਹਨਾਂ ਨੇ ਵਿੱਚ ਨਾਮਜ਼ਦ ਕਰ ਦਿੱਤਾ। ਠੀਕ ਹੈ। 3 ਲੋਕਾਂ ਨੂੰ ਨਾਮਜ਼ਦ ਅਸੀਂ 4 ਬੰਦਿਆਂ ਨੂੰ ਨਾਮਜ਼ਦ ਤਰਤੀਮੇ ਬਿਆਨ ਵਿੱਚ ਕਰ। ਠੀਕ ਹੈ। ਜਦੋਂ ਤਰਤੀਮੇ ਬਿਆਨ ਵਿੱਚ ਨਾਮਜ਼ਦ ਹੋ ਗਏ ਨੇ ਤੇ ਫਿਰ ਅਸੀਂ ਰਾਤ ਨੂੰ ਮੈਂ 10 ਵਜੇ ਉਹਨਾਂ ਦੇ ਘਰੋਂ ਆਇਆ, ਵਾਪਸ ਘਰ ਆਪਣੇ ਜਾ ਰਿਹਾ ਸੀ। ਮੇਰੀ ਰਿਹਾਇਸ਼ ਰੈਵੈਂਡ ਸੀ। ਠੀਕ ਹੈ। ਰੇਲਵੇ ਕਲੋਨੀ। ਮੈਨੂੰ ਸ਼ਾਇਦ ਨੇ ਨਾ, ਉਹਦਾ ਪਿਓ ਵੀ ਨਾਲ ਸੀ, ਤੇ ਉਹਨੇ ਕਿਹਾ ਨਦੀਮ ਸਾਹਿਬ ਕਿੱਥੇ ਜੇ? ਮੈਂ ਕਿਹਾ ਮੈਂ ਥਾਣੇ। ਕਹਿੰਦਾ ਮੇਰੇ ਕੋਲ ਆ। ਮੈਂ ਉਹਦੇ ਕੋਲ ਆਇਆ, ਉਹਨੇ ਤਸਵੀਰਾਂ ਸਾਨੂੰ ਵਿਖਾਈਆਂ। ਉਹਦੇ ਤੋਂ ਪਹਿਲੇ ਉਹਦੇ ਵਾਲਦ ਨੂੰ ਮੇਰੇ ਨਾਲ ਹੀ ਸੀ, ਉਹਨੂੰ ਤਸਵੀਰਾਂ ਦਿਖਾ ਦਿੱਤੀ। ਉਹ ਰੋਣ ਪਿੱਟਣ ਲੱਗ। ਤਸਵੀਰਾਂ ਕਾਹਦੀਆਂ ਸਨ? ਬੱਚੇ ਦੀਆਂ ਡੈਡ ਬਾਡੀ ਜਿੱਥੇ ਲੱਗਿਆ ਸੀ ਦਰਿਆ 'ਚ। ਠੀਕ ਹੈ, ਠੀਕ ਹੈ ਜੀ। ਉਹਨਾਂ ਸਾਨੂੰ ਤਸਵੀਰਾਂ ਸੀ, ਉਹਨਾਂ ਉੱਥੋਂ ਡੈਡ ਬਾਡੀ ਕੱਢ ਕੇ ਤੇ ਸੈਯਦ ਅਲਾ ਥਾਣਾ ਉੱਥੇ ਰੱਖੀ। ਉੱਥੋਂ ਫਿਰ ਅੱਗੇ ਨਨਕਾਣਾ ਹੈ ਜ਼ਿਲ੍ਹਾ, ਉੱਥੇ ਹਸਪਤਾਲ ਭੇਜ ਦਿੱਤੀ ਵੀ ਬੱਚਾ 3 ਦਿਨ ਪਾਣੀ 'ਚ ਪਿਆ ਰਿਹਾ। ਜਦੋਂ ਬਾਹਰ ਹਵਾ ਲੱਗੀ ਨਾ, ਬੱਚਾ ਭੁੱਲ ਗਿਆ ਜ਼ਿਆਦਾ ਪਾਣੀ 'ਚ, ਸਾਰੀ ਜਿਸਮ ਵਿੱਚ ਹੋਇਆ ਤੇ ਤਸਵੀਰ ਜਿਹੜੀ ਸੀ ਨਾ, ਲਾਸ਼ ਕਾਲੀ ਹੋ ਗਈ ਸਾਰੀ। ਠੀਕ। ਉਸ ਜਦੋਂ ਅਸੀਂ ਗਏ ਆ, ਅਸੀਂ ਪਤਾ ਕੀਤਾ ਵੀ ਕਿੱਥੇ। ਉਹਨਾਂ ਕਿਹਾ ਜੀ ਸੈਯਦ ਅਲਾ ਥਾਣਾ ਤੇ ਨਨਕਾਣੇ ਦੇ ਵਿੱਚ ਨਾ, ਹਸਪਤਾਲ ਦੇ ਵਿੱਚ ਬੰਦੀ ਦੀ ਲਾਸ਼, ਉਹਦਾ ਪਾਸਪੋਰਟ ਉਹਨਾਂ ਕਰ ਦਿੱਤਾ ਸੀ ਇਸ ਵਜ੍ਹਾ ਤੋਂ ਵੀ ਇਹ ਫੁੱਲ ਜ਼ਿਆਦਾ ਗਿਆ, ਫਟ ਨਾ ਜਾਏ। ਠੀਕ ਹੈ। ਪੋਸਟਮਾਰਟਮ ਕਰ ਦਿੱਤਾ। ਅਸੀਂ ਉੱਥੇ ਗਏ, ਜਦੋਂ ਅਸੀਂ ਦੇਖਿਆ ਬੱਚੇ ਦਾ ਬੁਰਾ ਹਾਲ, ਲੇਕਿਨ ਉਹ ਪਛਾਣਿਆ ਨਹੀਂ ਜਾਂਦਾ ਸੀ, ਕੱਪੜਿਆਂ ਤੋਂ ਪਛਾਣ ਲਿਆ। ਫਿਰ ਉਹ ਮਾਂ ਪਿਓ ਨੂੰ ਪਤਾ ਹੁੰਦਾ ਉਹਦੀ ਕੀ ਨਿਸ਼ਾਨੀ। ਉਹਨਾਂ ਸਾਰਾ ਵੇਖਿਆ, ਉਹਦਾ ਚਾਚਾ ਨਾਲ ਗਿਆ, ਉਹਨੇ ਕਿਹਾ ਕੱਪੜੇ ਉਹੀ ਨੇ, ਸਾਡਾ ਬੱਚਾ। ਖੈਰ ਜਦੋਂ ਨਾ ਅਸੀਂ ਬੱਚੇ ਨੂੰ ਲੈ ਆਉਂਦਾ, ਅਸੀਂ ਰਾਤ ਨੂੰ ਮੈਨੂੰ ਮੋਹਸਨ ਸਾਹਿਬ ਨੇ ਕਿਹਾ ਵੀ ਤੂੰ ਉੱਧਰ ਚਲਾ ਜਾ। ਡਿਪਟੀ ਸਾਹਿਬ ਵੀ ਆ ਗਏ, SHO ਸਾਹਿਬ ਵੀ, ਮੋਹਸਨ ਸਾਹਿਬ ਨੇ 4 ਇਨਵੈਸਟੀਗੇਸ਼ਨ। ਇਹਨਾਂ ਖੈਰ ਨਾਲ ਰੇਟ ਵਾਵਾ ਕੀਤੀ। ਉਹ 2 ਸਿਪਾਹੀ ਫੜ ਲਏ ਜਿੰਨਾ ਬੱਚਾ ਛਡਵਾਇਆ ਸੀ ਮਸਕੀਨ ਨੂੰ। ਠੀਕ ਹੈ। ਜਦੋਂ 2 ਸਿਪਾਹੀ ਫੜ ਲਏ ਭਰਾ, ਉਹਨਾਂ ਕਿਹਾ ਜੀ ਇੱਕ ਨੂੰ ਟਾਈਮ ਦਿਓ। ਉਹਨਾਂ ਨੂੰ ਪਤਾ ਲੱਗਾ, ਉਹ ਇਹਨਾਂ ਨਾਲ ਰਾਬਤਾ ਨਹੀਂ ਕਰਦਾ ਸੀ। ਪਿੰਡ 'ਚ ਪਤਾ ਲੱਗ ਗਿਆ, ਇੱਕ ਬੰਦੇ ਨੂੰ ਪਤਾ ਸੀ, ਉਹਨੇ ਕਿਹਾ ਫਲਾਣੀ ਜਗ੍ਹਾ ਤੇ ਜ਼ਮਾਨਤ ਉਹਨੇ ਕਰਾ ਲਈ। ਅਸੀਂ ਜਦੋਂ ਇਹਨਾਂ ਉੱਥੇ ਰੇਡ ਕੀਤੀ, ਉਹ ਬੰਦਾ ਉੱਥੋਂ ਫੜ ਲਿਆ ਮਸਕੀਨ, ਉਹਨੂੰ ਥਾਣੇ ਲੈ ਆਂਦਾ। ਫਿਰ ਲਾਸ਼ ਲੂਸ਼ ਵੀ ਅਸੀਂ ਲੈ ਆਂਦੀ, ਦਫਨਾ ਦਿੱਤੀ। ਕਾਫੀ ਚੱਲਦੇ ਰਹੇ ਬਈ। ਉਹ ਲੇਕਿਨ ਮੁਲਜ਼ਮ ਉਹ ਨਹੀਂ ਨਿਕਲਿਆ। ਬੇਗੁਨਾਹ ਸੀ। ਮੈਨੂੰ ਵੀ ਪਤਾ ਚੱਲ ਗਿਆ ਸੀ ਇਹ ਬੰਦਾ ਬੇਗੁਨਾਹ ਹੈ। ਠੀਕ ਹੈ। ਮੈਂ ਉਹਨਾਂ ਨੂੰ ਕਿਹਾ ਯਾਰ ਇਹ ਬੰਦਾ ਨਹੀਂ ਲੱਗਦਾ ਹੈਗਾ, ਆਪਾਂ ਕਿਸੇ ਪਾਸੇ ਹੋਰ ਵੀ ਟੁਰ ਗਏ। ਠੀਕ ਹੈ। ਇਹ ਜਿਹੜਾ ਮੁਲਜ਼ਮ ਹੈ, ਇਹ ਜਿਹਦਾ ਬੇਟਾ ਉਹਦੇ ਸੱਕੇ ਮਾਮੇ ਦਾ ਪੁੱਤਰ ਹੈ। ਇਹ ਉਕਾੜੇ ਉੱਥੇ ਹੀ ਰਹਿੰਦਾ ਸੀ, ਬਗਲੇ ਗੁਗੇਰੇ ਕੋਲੇ ਦਾ ਉੱਥੇ ਹੈਗਾ। ਇਹਨਾਂ ਦੀ ਕੋਈ ਦੁਸ਼ਮਣੀ ਨਹੀਂ ਸੀ, ਕੋਈ ਐਸੀ ਇਹਦੀ ਗੱਲ ਨਹੀਂ ਸੀ, ਕੋਈ ਬਾਤ ਨਹੀਂ ਸੀ। ਇਹਨੇ ਕੀਤਾ ਇਸ ਤਰ੍ਹਾਂ ਵੀ ਬੱਚੇ ਨੂੰ ਨਾਲ ਲੈ ਗਿਆ। ਉਹਦੀ ਵਾਲਦਾ ਨੇ, ਉਹਦੇ ਵਾਲਦ ਨੇ ਇਹਨੂੰ ਫੋਨ ਕੀਤਾ ਵੀ ਤੂੰ ਆਪਣਾ ਵਸੀਮ ਕਿੱਥੇ ਹੈਗਾ? ਕਹਿੰਦਾ ਮੈਂ ਤਾਂ ਘਰ ਜਾ ਰਿਹਾ। ਤੇ ਉਹਨੇ ਕਿਹਾ ਵੀ ਉਹ ਆਪਣਾ ਨਾ ਸਾਬੀ ਨਹੀਂ ਲੱਭਣ ਡਿਆ।
ਜੇ ਤੇਰੇ ਨਾਲ ਤੇ ਨਹੀਂ ਹੈਗਾ। ਇਹਨੇ ਕਿਹਾ ਨਹੀਂ ਮੇਰੇ ਨਾਲ ਨਹੀਂ ਹੈਗਾ। ਇਹਨੇ ਕਿਹਾ ਉਹਦੀ ਵਾਲਦਾ ਨੇ ਕਿਹਾ ਮੇਰੀ ਡਰਾਈਵਰ ਨਾਲ ਗੱਲ ਕਰਾ ਵੈਗਨ ਵਾਲੇ ਨਾਲ। ਕਹਿੰਦੇ ਮੈਂ ਵੈਗਨ ਤੇ ਜਾ ਰਿਹਾ। ਇਹਨੇ ਨਾਲ ਅੱਗੋਂ ਮੋਬਾਈਲ ਜਿਹੜਾ ਸੀ ਨਾ ਬੰਦ ਨਹੀਂ ਕੀਤਾ, ਉਂਝ ਖੁੱਲਾ ਰਹਿਣ ਦਿੱਤਾ, ਗੱਲ ਨਹੀਂ ਕਰਵਾਈ। ਕਹਿੰਦਾ ਮੈਂ ਸਵੇਰੇ ਆ ਜਾਂਦਾ। ਉੱਥੇ ਵੈਗਨ ਵਾਲੇ ਗੱਲ ਤੇ ਤਦ ਕਰਵਾਉਂਦਾ ਨਾ, ਉਹਨਾਂ ਤੇ ਕਹਿਣਾ ਸੀ ਵੀ ਇਹਦੇ ਨਾਲ ਕੋਈ ਬੱਚਾ ਵੀ ਹੈਗਾ, ਇਹ ਤਾਂ ਉਸੇ ਟਾਈਮ ਹੀ ਫੜਿਆ ਜਾਣਾ ਸੀ। ਅੱਛਾ ਜੀ, ਉਦੋਂ ਲੈ ਕੇ ਜਾ ਰਿਹਾ ਸੀ? ਉਦੋਂ ਲੈ ਕੇ ਰਸਤੇ 'ਚ ਜਾ ਰਿਹਾ ਸੀ। ਠੀਕ ਹੈ। ਉਹ ਵੈਗਨ ਵਾਲੇ ਨਾਲ ਇਹਨੇ ਗੱਲ ਨਹੀਂ ਕਰਾਈ। ਸਾਨੂੰ ਫਿਰ ਇਹਦੇ ਤੇ ਨਾ ਕਿਸੇ ਵਜ੍ਹਾ ਤੋਂ ਡਾਊਟ ਹੋਣਾ ਸ਼ੁਰੂ ਹੋ ਗਿਆ। ਖੁਦ ਅਸੀਂ ਜਿੱਥੇ ਖੜੇ ਹੁੰਦੇ ਸੀ ਨਾ, ਇਹ ਭੱਜ ਕੇ ਉਹਨਾਂ ਦੋ ਬੰਦਿਆਂ ਕੋਲ ਖਲੋ ਜਾਂਦਾ ਸੀ ਤੇ ਰੋਲਾ ਬੜਾ ਇਹਨਾਂ ਦੇ ਘਰ ਪਾਉਂਦਾ ਸੀ, ਪੁਲਿਸ ਵਾਲੇ ਕੁਛ ਨਹੀਂ ਕਰ ਰਹੇ, ਇਹੋ ਹੀ ਚੋਰ ਹੈ, ਮਸਕੀਨ ਹੀ ਹੈ, ਇਹਨੂੰ ਇੰਜ ਕਰੋ, ਜਲੂਸ ਕੱਢੋ, ਆਪਾਂ ਇੰਜ ਕਰ ਦਈਏ, ਇੰਜ ਕਰੀਏ। ਮੈਂ ਇਹਨੂੰ ਸਮਝਾਇਆ, ਮੈਂ ਆਖਿਆ ਪੁਲਿਸ ਕਰ ਰਹੀ ਹੈ, ਲੱਭ ਜਾਦਾ, ਅਸਲ ਚੋਰ ਲੱਭ ਹੀ ਜਾਣਾ। ਇਹ 300 ਕਤਲ ਇਹ ਨਹੀਂ ਛੁਪਿਆ ਰਹਿਣਾ। ਸਾਨੂੰ ਸ਼ੱਕ ਇਸ ਤਰ੍ਹਾਂ ਹੋਇਆ ਵੀ ਮੇਰੇ ਤੇ ਸਭ ਤੋਂ ਪਹਿਲੇ ਨੂੰ ਮੈਨੂੰ ਇਹਦੇ ਸ਼ੱਕ ਹੋਇਆ। ਫਿਰ ਇਹਦੇ ਚਾਚੇ ਨੇ ਮੇਰੀ ਗੱਲ ਹੋਈ, ਮੈਂ ਕਿਹਾ ਯਾਰ ਤੁਸੀਂ ਇਹ ਜਿਹੜਾ ਵੜਿਆ ਹੈ ਨਾ ਅੰਦਰ ਬੰਦਾ, ਇਹਦਾ ਕੋ ਥੋੜਾ ਜਿਹਾ ਸੱਦੇ ਬਾਹਰ ਕਰੀਏ, ਮੈਂ ਉਹਦੀਆਂ ਹਰਕਤਾਂ ਵੇਖਣਾ। ਬੱਚਾ ਮਰਿਆ, ਉਹਦੇ ਮੱਥੇ ਤੇ ਤਰੇਲੀ ਵੀ ਨਹੀਂ ਹੈਗੀ, ਸਾਰੇ ਰਿਸ਼ਤੇਦਾਰ ਸੋਕਸੇ 'ਚ ਨੇ। ਇਹਨੇ ਅੰਦਰ ਇੱਕ ਦਿਨ ਗਾਣੇ ਲਾ ਲਏ, ਬਾਹਰ ਬੁੜੀਆਂ ਬੈਠੀਆਂ ਹੋਈਆਂ, ਇਹ ਗਾਣੇ ਸੁਣਨ ਲਿਆ, ਉੱਥੇ ਵੀ ਇਹਨੂੰ ਦਬਾਇਆ। ਖੈਰ ਇਹਨੂੰ ਬੜੀਆਂ ਚੀਜ਼ਾਂ ਤੋਂ ਸੀ। ਫਿਰ ਯੂਨਸ ਸਾਹਿਬ ਨੂੰ ਨਾ ਮੈਂ ਖੁਦ ਦੱਸਿਆ। ਮੈਂ ਕਿਹਾ ਯੂਨਸ ਸਾਹਿਬ ਇਹ ਬੰਦਾ ਬੋਲਦਾ ਇਹਨੇ ਕਿਹਾ ਕਿਵੇਂ? ਮੈਂ ਕਿਹਾ ਜੀ ਇਹਨਾਂ ਨੂੰ, ਉਹਨੇ ਕਿਹਾ ਇਹ ਤੇ ਹੈਗੇ ਨਹੀਂ, ਇਹਨਾਂ ਤਾਂ ਤਫਸ਼ੀਸ਼ ਬੜੀ ਕੀਤੀ ਉਹਨਾਂ ਦੀ। ਕਹਿੰਦੇ ਨੇ ਅੱਲਾ ਕਰੇ ਤਾਂ ਆਪਣੀ ਅੱਲਾ ਮਦਦ ਕਰੇ ਤਾਂ ਲੱਭ ਜਾਏਦਾ ਅਸਲ ਬੰਦਾ ਵੀ। ਇਹਨਾਂ ਨੂੰ ਨਾ ਮੈਂ ਬੰਦੇ 8 10 12 ਬੰਦੇ ਬੁਲਵਾਏ ਨੇ। ਮੈਂ ਯੂਨਸ ਸਾਹਿਬ ਨੂੰ ਕਿਹਾ ਵੀ ਸਾਰਿਆਂ ਦੇ ਤੁਸੀਂ ਨੰਬਰ ਲਿਖਣੇ ਨੇ, ਮੇਰਾ ਵੀ ਮੈਂ ਉਹਨਾਂ ਨੂੰ ਕਹਾਂਦਾ ਮਿਸਲ ਦਾ ਹਿੱਸਾ ਬਣੇਦਾ। ਚਲੋ ਉਹਨਾਂ ਦੇ ਘਰ ਦੇ ਤੇ ਉਹਦੀ ਜਿਹੜੀ ਫੁੱਫੀ ਹੈ ਨਾ, ਉਹ ਮੁੰਡੇ ਦੀ ਦਾਦੀ ਉਹਦੀ ਸੱਕੀ ਫੁੱਫੀ ਸੀ, ਉਹ ਤੇ ਉਹ ਲਾਤੀ ਨਹੀਂ ਨਾ ਲਾਉਂਦੀ ਸੀ ਮੁਲਜ਼ਮ ਵਾਸਤੇ। ਆਹੋ, ਉਹ ਤਾਂ ਅਸੀਂ ਤੁਹਾਨੂੰ ਅੱਗੇ ਮੈਂ ਗੱਲ ਸਾਰੀ ਦੱਸਣਾ। ਇਹਨਾਂ ਐਫਰਟ ਕੀਤੀ, ਇਹਨਾਂ CBR ਕਢਾਈ, ਉਹਦੇ ਦਰਿਆ ਤੇ 3 ਕਾਲਾਂ ਆਈਆਂ ਯੂਨਸ ਸਾਹਿਬ ਦੀ। ਉਹਨੇ ਕਿਹਾ 3 ਕਾਲਾਂ ਇਹਦੀਆਂ ਆਈਆਂ ਨੇ। ਮੈਂ ਕਿਹਾ ਇਹਨੂੰ ਆਪਾਂ ਚੁੱਕਣੇ ਆ। ਉਹ ਇਹਨਾਂ ਕਿਹਾ ਜੀ ਇਹਨਾਂ ਚੁੱਕਿਆ ਤੇ ਇਹਨਾਂ ਤਾਂ ਜਲੂਸ ਕੱਢ ਦੇਣਾ ਮੇਰੇ ਖਿਲਾਫ। ਅੱਗੇ ਬੜੇ ਖਿਲਾਫ ਸਨ। ਉਹ ਬੀਬੀ ਕਹਿੰਦੀ ਸੀ ਮੇਰੇ ਪੁਲਿਸ ਨੇ ਕੀਤਾ ਕੁਛ ਨਹੀਂ, ਇਹਨਾਂ ਕੋਲੋਂ ਪੈਸੇ ਲੈ ਲੈਣੇ ਫਲਾਣ ਲੋ, ਬੜੇ ਇਲਜ਼ਾਮ ਲਾਉਂਦੀ ਸੀ। ਫਿਰ ਮੈਂ ਉਹਨਾਂ ਨੂੰ ਬੜਾ ਸਮਝਾਇਆ, ਮੈਂ ਕਿਹਾ ਐਸਾ ਨਹੀਂ ਹੁੰਦਾ, ਤੁਸੀਂ ਜਰਾ ਹੌਸਲਾ ਕਰੋ। ਅਸੀਂ ਇਹਨਾਂ ਨੂੰ ਕਿਹਾ ਜੀ ਬੱਚਾ ਪੇਸ਼ ਕਰੋ, ਬੱਚਾ ਪੇਸ਼ ਕਰੋ। ਇਹਨੂੰ ਕਿਹਾ ਵੀ ਇਹਨੂੰ ਪੇਸ਼ ਕਰ ਦਿਓ। ਮੈਂ 6 ਦਿਨ ਇਸਲਾਮਾਬਾਦ ਗਿਆ, ਚਲੋ ਮੇਰਾ ਉੱਥੇ ਕੋਈ ਪ੍ਰਾਪਰਟੀ ਦਾ ਸਿਸਟਮ ਹੈਗਾ। ਆਇਆ ਤਾਂ ਉਦੋਂ ਅਸੀਂ ਕਿਹਾ ਜੀ ਬੰਦਾ ਨੂੰ ਪੇਸ਼ ਕਰੋ। ਇਹ ਕਹਿਣ ਜੇ ਅਸੀਂ ਤਫਸ਼ੀਸ਼ ਚੇਂਜ ਕਰਵਾਉਣੀ। ਮੈਂ ਆਪਣਾ ਰੀਡਰ ਸਾਹਿਬ ਨੂੰ ਕਿਹਾ, ਮੈਂ ਕਿਹਾ ਯਾਰ ਤਫਸ਼ੀਸ਼ ਦਾ ਇਹਨਾਂ ਨੂੰ ਨਹੀਂ ਕਰਨਾ, ਇਹਨਾਂ ਨੂੰ ਥੋੜਾ ਜਿਹਾ ਸਮਝਾ। ਠੀਕ ਹੈ। ਉਹਦੇ ਨਾਲ ਮੇਰਾ ਅੱਛਾ ਤਲਕ ਹੈ, ਸਾਰੇ ਮਹਿਕਮੇ ਨਾਲ ਮੇਰਾ ਅੱਛਾ ਤਲਕ ਹੈ। ਠੀਕ ਹੈ। ਉਹਨਾਂ ਨੂੰ ਸਮਝਾਇਆ। ਉਹਨੇ ਕਿਹਾ ਨਦੀਮ ਸਾਹਿਬ ਦੀ ਬਾਂਹ ਫੜ ਲਓ, ਕੋਈ ਤੁਹਾਨੂੰ ਪੁਲਿਸ 'ਚ ਡਾਊਟ ਨਿਕਲੇ ਨਾ, ਇਹ ਬੰਦਾ ਇੰਨਾ ਕੁ ਪੁਲਿਸ ਨੂੰ ਸਮਝਦਾ, ਹਰ ਚੀਜ਼ ਦੇ ਤੁਹਾਡੇ ਨਾਲ ਹੈ 24 ਘੰਟੇ। ਤੁਸੀਂ ਤਫਸ਼ੀਸ਼ ਆਪ ਨਹੀਂ ਹੋਣ ਦਿੰਦੇ। ਉਹਨਾਂ ਨੂੰ ਵੀ ਦੱਸਿਆ ਗਿਆ ਸੀ ਵੀ ਇਹ ਗੱਲ ਹੈ, ਉਹਨਾਂ ਨੂੰ ਮੈਂ ਜਾ ਕੇ ਦੱਸ। ਉਹ ਖੈਰ ਨਾ ਅਸੀਂ ਸਲਾਹ ਬਣਾਈ ਮੁੰਡਾ ਪੇਸ਼ ਕਰੀਏ। ਅਸੀਂ ਇੱਕ ਦਿਨ ਮੁੰਡਾ ਪੇਸ਼ ਕੀਤਾ, ਸਾਰੇ ਆਏ, ਮੋਹਸਨ ਸਾਹਿਬ ਨੂੰ ਲਿਆ ਕੇ ਦਿੱਤਾ, ਇੱਥੇ ਬਿਠਾਇਆ। ਯੂਨਸ ਸਾਹਿਬ ਉਹਦੀ ਦਾਦੀ ਜਿਹੜੀ ਨਾ ਫੁੱਫੀ, ਉਹਨੇ ਬੜਾ ਰੌਲਾ ਪਾਇਆ। ਮੈਂ ਅਸੀਂ ਬਾਹਰ ਸਲਾਹ ਇਹ ਬਣਾਈ ਵੀ ਇਹਨੂੰ ਅੱਜ ਦਾ ਦਿਨ ਵਾਪਸ ਦੇ ਦਈਏ। ਠੀਕ ਹੈ, ਕੱਲ੍ਹ ਇਹਨੂੰ ਪੇਸ਼ ਕਰ ਦਿਓ। ਠੀਕ ਹੈ। ਅੱਛਾ ਨਦੀਮ ਸਾਹਿਬ, ਤੁਸੀਂ ਜਹਾਦ ਦਾ ਆਦਮੀ ਹੋ, ਤੁਸੀਂ ਪੁਲਿਸ ਦੀ ਵੀ ਮਦਦ ਕੀਤੀ, ਤੁਸੀਂ ਪੁਲਿਸ ਦੋਸਤ ਆਦਮੀ ਹੋ। ਮੁਲਜ਼ਮ ਵੀ ਪਕੜਿਆ ਗਿਆ। ਜੀ। ਮੁਲਜ਼ਮ ਨੇ ਮਾਸੂਮ ਬੱਚਾ, ਜਿਹਦੀ 8 ਤੋਂ 10 ਸਾਲ ਉਮਰ, ਤੁਸੀਂ ਵੀ ਬੱਚਿਆਂ ਵਾਲੇ ਹੋ, ਇਹ ਕਹਿੰਦੇ ਛੋਟੇ ਮਾਸੂਮ ਬੱਚੇ ਨੂੰ ਕੋਈ ਕਿਉਂ ਕਤਲ ਕਰੇਗਾ? ਬਿਲਕੁਲ ਤੁਹਾਡਾ ਜਵਾਬ ਠੀਕ ਹੈ। ਕੀ ਵਜ੍ਹਾ ਕਤਲ ਦੀ? ਇਹ ਆਉਂਦਾ ਸੀ ਇਹਨਾਂ ਦੇ ਘਰ। ਇਹਨਾਂ ਇੱਕ ਜਿਹੜੀ ਮੇਰੀ ਭਤੀਜੀ ਹੈ ਨਾ, ਪਹਿਲੇ ਉਹਦੇ ਤੇ ਇਲਜ਼ਾਮ ਲਾਇਆ ਇਹਨੇ। ਉਹ ਜਿਹੜਾ ਸੀ ਨਾ, ਉਹਨੇ ਇਹਨੂੰ ਬੜੀਆਂ ਗਾਲਾਂ ਕੱਢੀਆਂ, ਬੜਾ ਮਾਰਿਆ, ਚਪੇੜਾਂ ਵੀ ਮਾਰੀਆਂ। ਇਹਦਾ ਇੱਥੋਂ ਤੱਕ ਉਹਨੂੰ ਤਲਾਕ ਦਿਵਾਉਣ ਤੱਕ ਗਿਆ ਜੀ। ਉਹਨਾਂ ਇਹਨੂੰ ਘਰੋਂ ਕੱਢ ਦਿੱਤਾ ਸੀ। ਇਹਨਾਂ ਦਿਨਾਂ ਇੱਕ ਦਿਨ ਹੋਈ ਸੀ ਇੱਥੇ ਆਪਣਾ ਮਹੱਲਾ ਇਸਲਾਮਾਬਾਦ ਹੈ, ਮਲਾਸ ਸੀ, ਤੇ ਇਹਨੇ ਉਹਦੇ ਤੇ ਵੀ ਇਲਜ਼ਾਮ ਲਾਇਆ, ਇਹਦੀ ਮਾਂ ਤੇ ਵੀ, ਬੱਚੇ ਦੀ ਮਾਂ ਤੇ। ਹਾਂ, ਕੀ ਇਲਜ਼ਾਮ ਲਗਾਇਆ? ਵੀ ਮੇਰਾ ਤਲਕ ਇਹਦੇ ਨਾਲ। ਅੱਛਾ, ਇਹਨੇ ਗੱਲ ਕੀਤੀ ਸੀ। ਠੀਕ ਹੈ। ਲੇਕਿਨ ਉਹਦਾ ਤਲਕ, ਉਹਨੇ ਇਹਨੂੰ ਚਪੇੜਾਂ ਮਾਰੀਆਂ। ਇਹਨੇ ਕਿਹਾ ਤੂੰ, ਇਹਦੀ ਫੁੱਫੀ ਲੈ ਕੇ ਗਈ, ਉਹਨੇ ਕਿਹਾ ਤੂੰ ਸਾਡੇ ਘਰ ਇਹਨੂੰ ਕਿਉਂ ਲਿਆਈ? ਠੀਕ ਹੈ। ਉਹਨੇ ਇਹਨੂੰ ਵਾਹ ਬੇਇੱਜ਼ਤ ਕੀਤਾ। ਠੀਕ ਹੈ। ਤੇ ਉਹਦੇ ਨੂੰ ਬੇਇੱਜ਼ਤ ਕਰਕੇ ਇਹਨੂੰ ਕੱਢ ਦਿੱਤਾ। ਠੀਕ ਹੈ। ਇਹਦਾ ਇੱਥੇ ਵਾਲਦ ਰਹਿੰਦਾ ਸੀ, ਇਹਦੀ ਭੈਣ ਕੋਲ, ਇਹਦੀ ਫੁੱਫੀ ਕੋਲ। ਠੀਕ ਹੈ। ਇਹਦੀ ਜਿਹੜੀ ਪਹਿਲੀ ਮਾਂ ਨਾ, ਉਹਨੇ ਤਲਾਕ ਇਹਨੂੰ ਦੇ ਦਿੱਤੀ ਸੀ।
ठीक है ਉਹਨੇ ਉੱਤੇ ਦੂਸਰਾ ਵਿਆਹ ਕਰਾਇਆ ਸੀ। ਉਹ ਹੋਰ ਕਿਧਰੇ ਤਾਂ ਰਹਿੰਦਾ ਨਹੀਂ ਸੀ, ਉਹ ਕਰਾਚੀ ਰਹਿੰਦਾ। 6 ਸਾਲ ਤੋਂ ਇਹਨਾਂ ਦੇ ਘਰ ਲਗਾਤਾਰ ਇਹਦਾ ਵਾਲਦ ਰਹਿ ਗਿਆ, ਠੀਕ ਲੈ ਹੈ ਗਿਆ ਸੀ। ठीक ਇਹ ਉਹਨੂੰ ਮਿਲਣ ਮੁਲਣ ਆ ਜਾਂਦਾ ਸੀ, ਬਹੁਤਾ ਦੇਰ ਨਹੀਂ ਰਹਿੰਦਾ ਸੀ। ठीक है 2 ਦਿਨ ਰਹਿ 4 ਦਿਨ ਹਫਤਾ ਕਰਾਚੀ ਚਲਾ ਜਾਂਦਾ ਸੀ, ਉੱਥੇ ਜੁੱਤੀਆਂ ਦਾ ਕੰਮ ਕਰਦਾ ਸੀ। ठीक है ठीक है ਹੁਣ ਇਹ ਵੱਖਰਾ, ਉਹ ਬੁੜੀ ਵੱਖਰੀ ਰਹਿੰਦੀ ਸੀ ਠੀਕ। ਇਹਦੇ ਤੋਂ, ਜਿੱਥੇ ਇਹਦੀ ਆਪਣਾ ਫੁੱਫੀ ਰਹਿੰਦੀ ਏ ਤੇ ਇਹਦਾ ਵੱਡਾ ਭਰਾ वो लहदा रहंदे से ਉਹ ਲਹਿਦਾ ਰਹਿੰਦੇ ਸੀ। ਉਹ ਦੂਸਰੀ ਕੁੜੀ ਜਿਹੜੀ ਮੇਰੀ ਭਤੀਜੀ ਕਹਿੰਦਾ ਨਾ, ਉਹਦੇ ਘਰ ਰਹਿੰਦੀ, ठीक है ਉਹ ਮਾਂ ਨਾਲ ਰਹਿੰਦੀ, ਆਪਣੇ ਵੱਡੇ ਮੁੰਡੇ ਨਾਲ ਰਹਿੰਦੀ ਸੀ। ठीक हो गया ਇਹ ਉਧਰ ਮਿਲਣ ਆਇਆ, ਉਧਰ ठीक है ਉਹਨਾਂ ਦੇ ਘਰ ਉਹ ਵੀ ਇੱਧਰ ਆਏ ਸਨ। ठीक है ਉਹਦੀ ਆਪਣਾ ਉਹ ਜਿਹੜਾ ਨਾ ਆਪਣਾ ਮਕਸੂਦ ਮਦਈ, ਉਹ ਵੀ ਈਦ ਵਾਲੇ ਦਿਨ ਆਏ ਸਨ। ठीक है ਈਦ ਨੂੰ ਦੂਜੇ ਦਿਨ ਆ ਗਿਆ, ਇੱਧਰ ਹੀ ਸਿੱਧਾ ਹੀ ਆਇਆ, ਉਹ ਵੀ ਇੱਥੇ ਹੀ ਸਨ। ठीक है ਇਹਦੇ ਉਹਨਾਂ ਉਹ ਔਰਤ ਨੇ ਕਿਹਾ ਵੀ ਆਪਾਂ ਆਪਣੇ ਘਰ ਚੱਲੀਏ, ਆਪਾਂ ਰਾਤ ਰਹਿ ਰਹੀਏ ਤਾਂ ਆਪਣਾ ਘਰ ਕੱਲਾ ਹੈ। ਉਹਨੇ ਲਹਿਦਾ ਮਕਾਨ ਕਰਾਇਆ ਤੇ ठीक है ਉਹਨੇ ਹਾਲੇ ਜਾਣਾ ਸੀ ਉਦਣ, ठीक है ਤੋ ਮਸਕੀਨ ਆ ਗਿਆ, ਦੀ ਬੁੜੀ ਲੱਭਦਾ ठीक है ਬਈ ਇੱਥੇ ਮਿਲੇ ਮੁਲੇ। ਪਹਿਲੇ ਤਾਂ ਉਹਨਾਂ ਘਰ ਹੀ ਨਹੀਂ ਲੱਗਿਆ, ਫਿਰ ਉਹਨਾਂ ਕਿਹਾ ਚੱਲ ਏਡੀ ਦੂਰੋਂ ਚੱਲ ਕੇ ਆਇਆ। ਉਹਦੀ ਬਾਹਰ ਨਿਕਲੀ ਜਿਹੜੀ ਸਾਲੀ ਸੀ, ਉਹਨੇ ਕਿਹਾ ਚੱਲ ਮੇਰੀ ਭੈਣ ਦਾ ਬੰਦਾ, ਅੰਦਰ ਧਿਆਨ ਦਿਓ ਨਾ। ਇਹ ਬੋਲ ਚਾਲ ਇਹਨਾਂ ਦਾ ਨਹੀਂ ਹੈਗਾ ਸੀ। ठीक है ਉਹਨੂੰ ਪਾਣੀ ਸ਼ਾਨੀ ਰੋਟੀ ਰੂਟੀ ਖਵਾਇਆ। ठीक है ਇਹ ਉਹਨਾਂ ਦੀਆਂ ਗੱਲਾਂ ਸਾਰੀਆਂ ਸੁਣਦਾ ਰਿਹਾ। ਇਹਨੂੰ ਅਸਲ ਕਸਰ ਉਹ ਸੀ ਪਹਿਲੀ, ਜਿਹੜਾ ਇਹਨੂੰ ਸਾਰੀ ਬਰਾਦਰੀ ਦੇ ਵਿੱਚ ਬਿਜ਼ਤ ਕੀਤਾ ਗਿਆ ਸੀ, ਤੇ ਉਸ ਔਰਤ ਨੇ ਇਹਨੂੰ ਚਪੇਟਾ ਮਾਰਿਆ ਸੀ। मकतूल दी मां ने ਮਾਂ ਨੇ, ਜਿਹੜੀ ਅਸਲ ਗੱਲ ਹੈ। ਉਹ ਤੋਂ ਬਾਅਦ ਇਹਨਾਂ ਦੇ ਘਰ ਨਹੀਂ ਆਇਆ, ਨਾ ਇਹਨਾਂ ਦੇ ਘਰ ਆਉਂਦਾ ਸੀ, ਨਾ ਜਾਂਦਾ ਸੀ, ਨਾ ਆਣ ਜਾਣ ਸੀ। ਆਉਂਦਾ ਸੀ ਕਿਸੇ ਲਈ ਰਾਤ 2 ਰਿਹਾ ਤਾਂ ਆਪਣੀ ਫੁੱਫੀ ਦੇ ਘਰ ਹੀ ਰਿਹਾ, ठीक है ਇੱਥੋਂ ਵਾਪਸ ਚਲਾ ਜਾਂਦਾ ਸੀ। ठीक है ਹੁਣ ਮੈਂ ਜਿੱਦਣ ਇਹ ਮੇਰੇ ਕੋਲ ਗੱਲ ਹੋਈ ਨਾ, ਇਹ ਮੈਂ ਯੂਨਸ ਸਾਹਿਬ ਤਫਸੀਰ ਮੁਕੰਮਲ ਕੀਤੀ। ਮੈਂ ਉਹਦੀ ਮਾਂ ਨੂੰ ਪੁੱਛਿਆ ਵੀ ਉਸ ਬੱਚੇ, ਉਹ ਜਿਹੜਾ ਜਿਹਨੇ ਮਾਰਿਆ, ਜਿਵੇਂ ਉਹਨੇ ਇਹਨਾਂ ਨੂੰ ਦੱਸਿਆ ਨਾ, ਮੈਂ ਇੱਥੇ ਗਿਆ, ਮੈਂ ਘਰ ਗਿਆ, ਮੇਰੀ ਮਾਂ ਨਹੀਂ ਹੈਗੀ ਸੀ, ਕਣਕ ਵੱਢਣ ਗਿਆ, ਇੰਜੇ ਫਲਾਣ ਹੈ, ਉਹ ਗੱਲਾਂ ਉਹਨੇ ਸਾਰੀਆਂ ਦੱਸੀਆਂ। ਮੈਂ ਕਿਹਾ ਠੀਕ ਹੈ। ਫਿਰ ਮੈਂ ਉਹਨੂੰ ਕਿਹਾ ਜਿੱਥੇ ਤੇਰੀ ਧੀ ਵਿਆਹੀ ਹੈ, ਜਿੱਥੇ ਨੇ ਮੋਟਰਸਾਈਕਲ ਲਿਆਂਦੀ ਸੀ, ਉਹ ਮੈਂ ਰਾਜ ਨਾਲ ਪੁੱਛਿਆ ਨਾ, ਮੈਨੂੰ ਮਹਿਸੂਸ ਅੱਛਾ ਨਾ। ਨਦੀਮ ਸਾਹਿਬ ਇਹ ਠੀਕ ਹੈ ਤੁਹਾਡੀ ਗੱਲ ਕਿ ਤੁਸੀਂ ਕਹਿੰਦੇ ਹੋ ਕਿ ਵਾਲਦਾ ਮਕਤੂਲ ਦੀ ਜਿਹੜੀ ਹੈ ਇਹਨੇ ਐਸੇ ਤਰ੍ਹਾਂ ਦਾ ਇੱਕ ਇਲਜ਼ਾਮ ਪਹਿਲੇ ਵੀ ਲਗਾਇਆ ਔਰ ਉਹਨੇ ਇਹਨੂੰ ਦੂਸਰੀ ਥੱਪੜ ਔਰਤ ਤੇ ਵੀ ਮਾਰ ਲਵਾਇਆ, ਦੂਸਰੀ ਔਰਤ ਤੇ ਵੀ ਲਵਾਇਆ। ਦੋ ਭਰਜਾਈਆਂ। ਲੇਕਿਨ ਮੁਲਜ਼ਮ ਜਿਹੜਾ ਵੇ ਹੁਣ ਪੁਲਿਸ ਦੀ ਜਿਹੜੀ ਇਤਲਾਤ ਨੇ, ਇਨਵੈਸਟੀਗੇਸ਼ਨ ਹੈ, ਉਹਦੇ ਜੋ ਕਹਿੰਦਾ ਹੈ ਕਿ ਉਹਦੇ ਨਾਲ 2-2.5 ਸਾਲ ਤੋਂ ਉਹਦੀ ਵਾਲਦਾ ਨਾਲ ਤਾਲੁਕ ਹੈ। ਯਕੀਨਨ ਇਲਜ਼ਾਮ ਵੀ ਹੋ ਸਕਦਾ ਹੈ, ਅਸੀਂ ਇਸ ਗੱਲ ਨੂੰ ਸੱਚ ਨਹੀਂ ਮੰਨਦੇ, ਲੇਕਿਨ ਮੁਲਜ਼ਮ ਇਲਜ਼ਾਮ ਲਗਾਉਂਦਾ ਹੈ। ਲੇਕਿਨ ਨਾਲ ਇੱਕ ਇਹ ਵੀ ਇਲਜ਼ਾਮ ਲਾਉਂਦਾ ਹੈ ਮੁਲਜ਼ਮ ਕਿ ਉਹਦੀ ਵਾਲਦਾ ਦੇ ਨਾਲ ਉਹ ਨਿਕਾਹ ਕਰਨਾ ਚਾਹੁੰਦਾ ਸੀ, ਤੇ ਵਾਲਦਾ ਨੇ ਅੱਗੋਂ ਇਹ ਕਿਹਾ ਕਿ ਮੇਰੇ ਬੱਚੇ ਜਵਾਨ ਹੋ ਰਹੇ ਨੇ ਤੇ ਮੈਂ ਤੇਰੇ ਨਾਲ ਨਿਕਾਹ ਨਹੀਂ ਕਰ ਸਕਦੀ। ਇਹ ਵੀ ਗੱਲ ਸਮਝ ਆਉਂਦੀ ਹੈ ਕਿ ਸਿਰਫ ਇਹ ਗੱਲ ਕਹਿ ਦੇਣਾ ਤੇ ਇਸ ਗੱਲ ਦੀ ਤਸਦੀਕ ਨਹੀਂ ਹੈ ਕਿ ਮਕਤੂਲ ਦੀ ਵਾਲਦਾ ਦੇ ਨਾਲ ਇਹਦੇ ਤਾਲੁਕਾਤ ਸਨ। ਲੇਕਿਨ ਕਤਲ ਕਰਨ ਦੀ ਵਜ੍ਹਾ ਬਤੌਰੇ ਫੈਮਿਲੀ ਮੈਂਬਰ, ਬਤੌਰੇ ਇਨਵੈਸਟੀਗੇਸ਼ਨ ਪੁਲਿਸ ਦੀ ਸਾਰੀ ਤੁਸੀਂ ਕਰਵਾਈ, ਮੁਲਜ਼ਮ ਤੱਕ ਵੀ ਕਰੀਬ ਤੱਕ ਤੁਸੀਂ ਲੈ ਕੇ ਗਏ, ਕੀ ਸ਼ੁਬਾ ਹੈਗਾ, ਕੀ ਡਾਊਟ ਹੈਗਾ ਕਿ ਕਿਉਂ ਮੁਲਜ਼ਮ ਨੇ ਬੱਚੇ ਨੂੰ ਮਾਰਿਆ? ਜਿਹੜੀ ਮੇਰਾ ਤੇ ਮੈਂ ਉਹ ਔਰਤ ਕੋਲ ਵੀ ਬੜੀ ਇਨਵੈਸਟੀਗੇਸ਼ਨ ਕੀਤੀ। ਉਹਨੇ ਕਿਹਾ ਮੇਰਾ ਤਾਂ ਕੋਈ ਤਲਕ ਨਹੀਂ ਸੀ, ਕਿਸੇ ਕਿਸਮ ਦਾ ਨਹੀਂ, ਆਂਦਾ ਜ਼ਰੂਰ ਸੀ ਹੈ। ਮੈਂ ਔਰ ਮੁਕਰ ਵੀ ਸਕਦੀ, ਝੂਠ ਬੋਲ ਸਕਦੀ, ਮੈਂ ਹੱਥਮੀ ਤੇ ਨਹੀਂ ਫੈਸਲਾ ਦੇ ਸਕਦਾ। ਜੋ ਮੈਂ ਪੁੱਛਿਆ ਇਸ ਗੱਲ ਦੀ ਮੈਂ ਬੜੀ ਇਨਵੈਸਟੀਗੇਸ਼ਨ ਕੀਤੀ। ਉਹਨੇ ਕੁਰਾਨ ਵੀ ਚੁੱਕਿਆ, ਉਹਨੇ ਬੱਚੇ ਦੀ ਕਸਮ ਕਬਰ ਤੇ ਜਾ ਕੇ ਖਾਦੀ, ਮੇਰਾ ਤਾਂ ਤੱਲਾ। ਇਹਨੇ ਜਦੋਂ ਉਹਨੂੰ ਕੁੜੀ ਦੂਸਰੀ ਦੇ ਇਹਨੇ ਇਲਜ਼ਾਮ ਲਾਇਆ ਸੀ ਨਾ, ਇਹਨੇ ਨਾਮ ਮੇਰਾ ਲਿਆ ਸੀ। ਅੱਛਾ, ਵੀ ਉਹ ਕਹਿੰਦੀ ਏ ਹੈ, ਠੀਕ ਹੈ। ਉਸ ਔਰਤ ਨੇ ਇਹ ਵੀ ਤੁਸੀਂ ਸ਼ੁਬਾ ਕਰ ਦਿਓ ਕਿ ਕੋਈ ਬਦਲਾ ਲੈਣ ਵਾਸਤੇ ਵੀ ਹਾਂਜੀ, ਉਹਨੇ ਮੈਨੂੰ ਬਦਨਾਮ ਕਰਨ ਉਦੋਂ ਇਹਨੇ ਚਪੇੜਾਂ ਨੂੰ ਮੂੰਹ ਤੇ ਮਾਰੀਆਂ। ਅੱਜ ਤੋਂ ਬਾਅਦ ਮੇਰਾ, ਮੈਂ ਤੈਨੂੰ ਕਦੋਂ ਕਿਹਾ ਇਹ ਗੱਲ? ਠੀਕ ਹੈ, ਉਹਦੇ ਵੀ ਬੱਚੇ ਸਨ, ਉਹਦਾ ਬੰਦਾ ਇਹਨੂੰ ਉਹਨਾਂ ਘਰੋਂ ਕੱਢ ਦਿੱਤਾ ਸੀ। ਠੀਕ ਹੈ, ਇਹ ਨਹੀਂ ਆਇਆ। ਲੇਕਿਨ ਬਿਜ਼ਤ ਇਸ ਔਰਤ ਨੇ ਉਹਨੂੰ ਮਗਰੋਂ ਕੀਤਾ। ਜਦੋਂ ਮਕਤੂਲ ਦੀ ਮਾਂ ਨੇ ਬਹੁਤ ਬਿਜ਼ਤ ਬਈ ਜਦੋਂ ਇਹਨਾਂ ਦੇ ਘਰ ਮਲਾਦ ਤੇ ਆਇਆ ਨਾ, ਤੇ ਉਹਨੇ ਚਪੇੜਾ ਮਾਰੀਆਂ ਨੇ ਇਹਨੂੰ। ਇਹਨੇ ਨਿਕਲ ਜਾਓ ਉੱਥੋਂ। ਉਹਨੇ ਉਹਦੀ ਸੱਸ ਨੂੰ ਕਿਹਾ ਤੈਨੂੰ ਕਿਉਂ ਸਾਡੇ ਘਰ ਲੈ ਕੇ ਆਈ ਹੈ, ਤੂੰ ਆਪਣੇ ਘਰ ਰੱਖ। मकतूल अब्दुल-रहमान जो है वो 8 से 10 साल उसकी उम्र बताई जाती है। उसके घर वालों से, उसके वालिद से, उसकी वालदा से हमने कोशिश की कि हम उनसे बात करें, लेकिन वो कैमरे के सामने आके किसी किस्म का बयान देना नहीं चाहते हैं। लेकिन हमने राज़ी किया, रिक्वेस्ट की, जो लवाहकीन के रिश्तेदार हैं, नदीम साहब,
इन्होंने हमें ये कहानी बताई, ये स्टोरी बताई, पूरी इन्वेस्टिगेशन में जो कुछ हुआ उसकी तफसील बताई। ये इल्ज़ाम पुलिस की इन्वेस्टिगेशन में सामने आता है कि मुलजिम इल्ज़ाम लगाता है मकतूल की माँ के ऊपर कि वो उसके साथ शादी करना चाहता था और उसे उसकी माँ ये कहती थी कि उसके बच्चे जवान हो रहे हैं, वो तुम्हारे साथ निकाह नहीं कर सकती। कोई चीज़ मुसद्दक़ा नहीं है, इल्ज़ाम बराए इल्ज़ाम भी हो सकता है। अब इसके बारे में मुलजिम क्या कहता है, मुलजिम की बातें क्या कहती हैं, पुलिस की इन्वेस्टिगेशन क्या कहती है, ये भी सब कुछ आपको आगे जाके दिखाते हैं। रायवेंड के इलाके में 8 से 10 साला बच्चा एक सफाक कातिल उसको कत्ल कर देता है। कत्ल की ये लर्जा खेज़ वारदात किस तरह से होती है, किस तरह से एक माँ बाप का लख्ते जिगर उनसे छीन लेता है। मुलजिम पुलिस की हिरासत में है, हथकड़ियों में मौजूद है इस वक्त हमारे साथ। इससे पूछते हैं कि इसने कत्ल की ये वारदात किस तरह से की और इसका पीछे इरादा क्या था, वजह अनाद क्या थी, 10 साल के बच्चे को कत्ल करना इसके लिए क्यों इतना ज़रूरी हुआ। क्या नाम है अभी तुम्हारा? मोहम्मद वसीम। ऊँची बोलो। वसीम। मोहम्मद वसीम। क्या, कहाँ के रहने वाले हो? ज़िला उकाड़ा के। ਜ਼ਿਲ੍ਹਾ ਉਕਾੜੇ ਦਾ ਰਹਿਣ ਵਾਲਾ ਜੀ। ਤੇ ਇੱਥੇ ਕਿਸ ਤਰ੍ਹਾਂ ਰਾਇਵਿੰਡ ਸਿਟੀ ਕੀ ਕਰਨ ਆਇਆ ਸੈਂ? ਸਰ ਇੱਥੇ ਫੁੱਫੀ ਰਹਿੰਦੀ। ਫੁੱਫੀ ਰਹਿੰਦੀ ਹੈ। ਕੰਮ ਕੀ ਕਰਨਾ ਹੈ? ਲੇਡੀਜ਼ ਜੁੱਤੀਆਂ। ਲੇਡੀਜ਼ ਜੁੱਤੀਆਂ ਬਣਾਉਣਾ ਹੈ? जी हैं? जी। ਕਿਹੜੀ ਜਗ੍ਹਾ ਤੇ? कराची। रहना उकाड़े में, काम कराची काम करना है, कराची। कत्ल करन लाहौर आ जाना है। सर ਉੱਥੇ ਉੱਥੇ ਕਿੱਥੇ ਕੰਮ ਕਰਨਾ ਹੈ कराची? ਤਾਰਿਕ ਰੋਡ। ਤਾਰਿਕ ਰੋਡ। ਕਿੰਨੇ ਅਰਸੇ ਤੋਂ कराची ਰਹਿ ਰਹੇ ਆ? ਸਰ 8-9 ਮਹੀਨੇ। 8-9 ਮਹੀਨੇ ਤੋਂ। ਉਸ ਤੋਂ ਪਹਿਲੇ ਕੀ ਕਰਨਾ ਸੀ? ਸਰ ਉਸ ਤੋਂ ਪਹਿਲੇ ਗਾਰੀ ਕੰਮ ਕਰਦਾ। ਕਾਰ ਕੰਮ ਕਰਨਾ ਸੀ? ਕੀ ਕੰਮ ਕਰਨਾ ਇਹ ਸੀ? ਜੁੱਤੀਆਂ ਵਾਲਾ ਹੀ। ਜੁੱਤੀਆਂ ਲਾ। ਕਿਹੜੀ ਜੀ। ਜਗ੍ਹਾ ਤੇ? ਘਰ ਆਪਣੇ ਜ਼ਿਲ੍ਹਾ ਉਕਾੜਾ। ਜ਼ਿਲ੍ਹਾ ਉਕਾੜਾ। ਅੱਛਾ, ਸ਼ਾਦੀशुदा ਹੈ? ਨਹੀਂ ਹੈ? ਨਹੀਂ। ਪੜ੍ਹਿਆ ਕਿੰਨਾ? 8 8 ਪੜ੍ਹੇ ਆ। ਜੀ। ਤੇ ਸ਼ਾਦੀ ਅਜੇ ਨਹੀਂ ਹੋਈ। ਨਹੀਂ। ਕਿੰਨੇ ਭੈਣ ਭਾਈ ਹੋ? ਅਸੀਂ 4 ਭਾਈ 2 ਭੈਣਾਂ। 4 ਭਾਈ ਨੇ। ਵੱਡੇ ਨੇ? ਛੋਟੇ ਨੇ। ਛੋਟੇ ਨੇ। ਤੂੰ ਸਭ ਤੋਂ ਵੱਡਾ ਹੈ? ਜੀ। ਤੇ ਭੈਣਾਂ? 2 2 ਭੈਣਾਂ ਨੇ। ਉਹ ਵੱਡੀਆਂ ਨੇ? ਛੋਟੀਆਂ ਨੇ। ਉਹ ਵੀ ਛੋਟੀਆਂ ਨੇ। ਵਾਲਿਦ ਕੀ ਕਰਦਾ ਹੈ? ਫੌਤ ਹੋ ਗਿਆ। ਫੌਤ ਹੋ ਗਿਆ ਹੈ। ਮਾਂ ਹੈ? ਜੀ। ਅੱਛਾ। ਤੇ ਲਾਹੌਰ ਕੀ ਕਰਨ ਆਇਆ ਇੱਥੇ? ਰਾਇਵਿੰਡ ਕੀ ਕਰਨ ਆਇਆ ਸੀ? ਸਰ ਕਰਾਚੀ 'ਚ ਮੈਂ ਚਾਂਦ ਰਾਤ ਨੂੰ ਘਰ ਆਇਆ ਆਪਣੇ ਜ਼ਿਲ੍ਹਾ ਉਕਾੜਾ। ਠੀਕ ਹੈ। ਉਸ ਤੋਂ ਬਾਅਦ ਫਿਰ 22 ਤਰੀਕ ਨੂੰ ਈਦ ਹੀ ਮੈਂ ਸੁੱਤਾ ਹੋਇਆ ਯਾ ਅੱਛਾ। ਇੱਥੇ ਨਾ ਮੇਰੇ ਫੁੱਫੀ ਹੋਰਾਂ ਨੇ ਫੋਨ ਕੀਤਾ। ਫੁੱਫੀ ਤੇਰੀ ਇੱਥੇ ਲਾਹੌਰ ਰਹਿੰਦੀ ਏ, ਰਾਇਵਿੰਡ ਰਹਿੰਦੀ ਹੈ? ਰਾਇਵਿੰਡ। ਠੀਕ ਹੈ। ਉਹਨੇ ਫੋਨ ਕੀਤਾ? ਜੀ। ਕੀ ਕਿਹਾ? ਇਹਨਾਂ ਫੋਨ ਕੀਤਾ ਸੀ ਵੀ ਈਦ ਸਾਡੇ ਕੋਲ ਗੁਜ਼ਾਰਨੀ। ਅੱਛਾ। ਪਹਿਲਾਂ ਤਾਂ ਮੈਂ ਕੀਤਾ ਵੀ ਮੈਂ ਕਿਹਾ ਵੀ ਨਹੀਂ, ਮੈਨੂੰ 8-9 ਮਹੀਨੇ ਹੋ ਗਏ ਨੇ ਮੈਂ ਕਰਾਚੀ ਰਿਹਾ। ਅੱਛਾ। ਹੁਣ ਮੈਂ ਘਰ ਆ ਤੇ ਫੁੱਫੀ ਨੇ ਕਿਹਾ ਹੋਣਾ ਕਿ ਮੇਰੇ ਭਰਾ ਦੀ ਨਿਸ਼ਾਨੀ ਹੈ, ਉਹਦੇ ਕੋਲ ਆ ਜਾ, ਈਦ ਮਨਾ ਲੈ, ਇਸ ਵਾਸਤੇ ਕਹਿ ਰਹੀ ਸੀ? ਜੀ। ਅੱਛਾ। ਫਿਰ ਤੂੰ ਆ ਗਿਆ? ਮੈਂ ਇਹਨਾਂ ਨੂੰ ਪਹਿਲਾਂ ਕਿਹਾ ਵੀ ਨਹੀਂ ਮੈਂ ਨਹੀਂ ਆਣਾ। ਅੱਛਾ ਅੱਛਾ ਫੋਨ ਕੱਟ ਦਿੱਤਾ। ਫਿਰ ਅੱਛਾ। ਦੁਬਾਰਾ ਫੋਨ ਇਹਨਾਂ ਕੀਤਾ। ਫਿਰ ਇਹਨਾਂ ਕਿਹਾ, ਮੈਂ ਕਿਹਾ ਚਲੋ ਠੀਕ ਹੈ ਮੈਂ ਆ ਜਾਣਾ। ਅੱਛਾ। ਇੱਥੇ 4-5 ਵਜੇ ਮੈਂ ਇੱਥੇ ਆ ਗਿਆ। ਈਦ ਵਾਲੇ ਦਿਨ? ਈਦ ਵਾਲੇ ਦਿਨ ਹੀ ਠੀਕ ਹੈ। 4-5 ਵਜੇ ਸ਼ਾਮ ਨੂੰ ਮੈਂ ਇੱਥੇ ਆ ਗਿਆ। ਛੋਟੀ ਈਦ ਜਿਹੜੀ ਗੁਜ਼ਰੀ ਹੈ? ਜੀ। ਠੀਕ ਹੈ। ਉਸ ਤੋਂ ਬਾਅਦ ਰਾਤ ਮੈਂ ਫਿਰ ਇੱਥੇ ਰਿਹਾ। ਠੀਕ ਹੈ। ਰਾਤ ਇੱਥੇ ਰਿਹਾ। ਸਵੇਰ 6 ਵਜੇ ਮੇਰੀ ਵਾਲਦਾ ਦਾ ਫੋਨ ਆਇਆ। ਉਹਨੇ ਕਿਹਾ ਸੀ ਵੀ ਤੇਰੀ ਛੋਟੀ ਭੈਣ ਦੀ ਨਾ ਤਬੀਅਤ ਬਹੁਤ ਖਰਾਬ ਹੈ। ਅੱਛਾ, ਵਾਲਦਾ ਦਾ ਫੋਨ ਆਇਆ? ਜੀ। ਠੀਕ ਹੈ। ਤੇ ਮੈਂ ਇਹਨਾਂ ਨੂੰ ਫਿਰ ਉੱਠ ਕੇ ਕਿਹਾ ਵੀ ਮੈਂ ਚੱਲਿਆ, ਮੇਰੀ ਛੋਟੀ ਭੈਣ ਦੀ ਤਬੀਅਤ ਕਾਫੀ ਖਰਾਬ ਹੈਗੀ, ਮੈਂ ਚੱਲਣਾ। ਠੀਕ ਹੈ। ਇਹਨਾਂ ਕਿਹਾ ਵੀ ਨਹੀਂ ਨਾਸ਼ਤਾ ਕਰਕੇ ਤੇ ਫਿਰ ਚਲਾ ਜਾਈਂ। ਠੀਕ ਹੈ। ਤੇ ਮੈਂ ਕਿਹਾ ਨਹੀਂ ਮੈਂ ਲੇਟ ਹੋਇਆ ਨਹੀਂ। ਫਿਰ ਇਹਨਾਂ ਜ਼ਬਰਦਸਤੀ ਬਿਠਾ ਲਿਆ। ਮੈਂ ਕਿਹਾ ਚਲੋ ਠੀਕ ਹੈ। ਠੀਕ ਹੈ। ਫਿਰ ਕਾਫੀ ਟਾਈਮ ਹੋ ਗਿਆ, 10 ਵੱਜ ਗਿਆ। ਠੀਕ ਹੈ। ਮੈਂ ਕਿਹਾ ਵੀ ਨਹੀਂ ਮੈਂ ਚੱਲਣਾ। ਫਿਰ ਇਹਨਾਂ ਕਿਹਾ ਵੀ ਚਲੋ ਠੀਕ ਹੈ ਚਲਾ ਜਾ। ਠੀਕ ਹੈ। ਮੈਂ ਫਿਰ ਉੱਥੋਂ ਬਾਹਰ ਨਿਕਲਿਆ। ਹੂੰ। ਮੁੰਡਾ ਬਾਹਰ ਫੇਰ ਰਿਹਾ ਸੀ। ਅੱਛਾ। ਮੁੰਡਾ ਕੌਣ ਸੀ? ਉਹ ਮੇਰੇ ਕਜ਼ਨ ਦਾ ਬੇਟਾ ਹੈਗਾ ਸੀ। ਕਿੰਨੀ ਉਮਰ ਸੀ ਉਹਦੀ? 8 ਤੋਂ 10 ਸਾਲ ਹੈਗੀ ਸੀ। 8 ਤੋਂ 10 ਸਾਲ ਉਹਦੀ ਉਮਰ ਸੀ। ਅੱਛਾ। ਜਿਹਨੂੰ ਤੂੰ ਕਤਲ ਕੀਤਾ? ਜੀ। ਉਹ ਤੈਨੂੰ ਬਾਹਰ ਖੇਲਦਾ ਹੋਇਆ ਮਿਲਿਆ? ਜੀ। ਫਿਰ ਕੀ ਕੀਤਾ? ਫਿਰ ਸਾਰਿਆਂ ਨੂੰ ਮੈਂ ਕਿਹਾ ਵੀ ਚਲਾ ਵੀ ਆਪਾਂ ਚੱਲੀਏ। ਅੱਛਾ। ਉਹ ਤੈਨੂੰ ਕੀ ਕਹਿੰਦਾ ਸੀ? ਮਾਮੂ ਕਹਿੰਦਾ ਸੀ? ਚਾਚੂ ਕਹਿੰਦਾ ਸੀ? ਚਾਚੂ। ਚਾਚੂ ਕਹਿੰਦਾ ਸੀ। ਅੱਛਾ ਠੀਕ ਹੈ। ਫਿਰ? ਫਿਰ ਮੈਂ ਉਹਨੂੰ ਨਾਲ ਲਿਆ, ਆਪਣੇ ਘਰ ਲੈ ਗਿਆ। ਉਕਾੜੇ? ਜੀ। ਅੱਛਾ ਉਕਾੜੇ। ਫਿਰ ਕੀ ਕੀਤਾ? ਸਰ ਫਿਰ ਥੋੜਾ ਉੱਚੀ ਬੋਲ ਨਾ। ਸਰ ਫਿਰ ਉੱਥੋਂ ਮੋਟਰਸਾਈਕਲ ਆਪਦੇ ਪਰਵਾਦੀ ਦੇ ਘਰੋਂ ਫੜੀ। ਅੱਛਾ। ਤੇ ਘਰ ਤੇਰੀ ਵਾਲਦਾ ਨੇ ਦੇਖਿਆ ਬੱਚੇ ਨੂੰ? ਨਹੀਂ, ਉਹ ਕਣਕ ਤੇ ਲੱਗੇ ਆ, ਕਾਰ ਨਹੀਂ ਲੈ ਕੇ ਗਿਆ। ਅੱਛਾ, ਕਾਰ ਨਹੀਂ ਲੈ ਕੇ ਗਿਆ। ਫਿਰ ਬਾਹਰ ਰੱਖਿਆ ਉਹਨੂੰ? ਜੀ। ਤੇ ਬੱਚਾ ਤੇਰੇ ਨਾਲ ਆਰਾਮ ਨਾਲ ਚਲਾ ਗਿਆ? ਉਹਨੇ ਪੁੱਛਿਆ ਨਹੀਂ ਕਿ ਕਿੱਥੇ ਉਹਨੂੰ ਲੈ ਕੇ ਜਾ ਰਹੇ ਆ? ਰੋਇਆ ਨਹੀਂ ਬੱਚਾ? ਨਹੀਂ ਸਰ। ਅੱਛਾ ਠੀਕ ਹੈ। ਫਿਰ ਮੋਟਰਸਾਈਕਲ ਲਿਆ ਤੂੰ? ਅੱਗੇ ਵੀ 1-2 ਵਾਰੀ ਮੇਰੇ ਨਾਲ ਗਏ ਨੇ, ਸਾਰੀ ਫੈਮਿਲੀ ਵੀ ਗਈ ਇੱਕ। ਅੱਛਾ ਅੱਛਾ। ਫਿਰ ਕੀ ਹੋਇਆ? ਤੂੰ ਕਿੱਥੇ ਲੈ ਕੇ ਗਿਆ ਉਹਨੂੰ?
ਫਿਰ ਮੋਟਰਸਾਈਕਲ ਤੇ ਫਿਰ ਸਰ ਮੈਂ ਆਪਣੇ ਬੈਨੋਈ ਦੇ ਘਰੋਂ ਮੋਟਰਸਾਈਕਲ ਫੜੀ। ਹੂੰ ਫਿਰ ਸਰ ਨੂੰ ਦਰਿਆ ਤੇ ਲੈ ਗਿਆ, ਅੱਛਾ ਕਿਹੜੇ ਦਰਿਆ ਤੇ? ਰਾਵੀ ਤੇ। ਠੀਕ ਹੈ ਫਿਰ ਸਰ ਅਸੀਂ ਉੱਥੇ 2-3 ਮਿੰਟ ਨਹਾਉਂਦੇ ਰਹੇ, 4 ਮਿੰਟ। ਅੱਛਾ ਫਿਰ ਸਰ ਉੱਥੇ ਉਹਦਾ ਗਲਾ ਦਬਾ ਕੇ ਮਾਰ ਦਿੱਤਾ। ਗਲਾ ਦਬਾ ਕੇ ਮਾਰ ਦਿੱਤਾ ਤੇ ਉਹਨੂੰ ਕਿੱਥੇ ਰਾਵੀ ਦੇ ਵਿੱਚ ਸੁੱਟ ਦਿੱਤਾ? ਜੀ ਸਰ। ਰਾਵੀ ਦੇ ਵਿੱਚ ਸੁੱਟ ਦਿੱਤਾ? ਜੀ। ਠੀਕ ਹੈ ਕੋਈ ਜ਼ਿਆਦਤੀ ਵੀ ਕੀਤੀ ਉਹਦੇ ਨਹੀਂ। ਨਾਲ? ਕੁਛ ਜ਼ਿਆਦਤੀ ਨਹੀਂ ਕੀਤੀ। ਅੱਛਾ 10 ਸਾਲ ਦਾ ਬੱਚਾ ਜਿਹੜਾ ਤੈਨੂੰ ਚਾਚੂ ਕਹਿੰਦਾ ਸੀ, ਮਾਸੂਮ ਬੱਚਾ ਸੀ, ਉਹਨੂੰ ਮਾਰਨ ਦੀ ਹੁਣ ਵਜ੍ਹਾ ਦੱਸ ਕੀ ਹੈਗੀ? ਕੀ ਦੁਸ਼ਮਣੀ ਸੀ ਉਸ ਬੱਚੇ ਨਾਲ? ਸਰ ਉਹਦੇ ਨਾਲ ਤਾਂ ਕੋਈ ਦੁਸ਼ਮਣੀ ਨਹੀਂ ਹੈਗੀ ਸੀ। ਹਾਂ ਫਿਰ ਕੀ ਸੀ? ਸਰ ਉਹਦੀ ਵਾਲਦਾ ਨਾਲ ਨਿਕਾਹ ਕਰਨਾ ਸੀ ਇਸ ਵਾਸਤੇ। ਅੱਛਾ ਉਹਦੀ ਵਾਲਦਾ ਨਾਲ ਨਿਕਾਹ ਕਰਨਾ ਚਾਹਨਾ ਸੀ? ਜੀ ਸਰ। ਉਹਦੀ ਵਾਲਦਾ ਨਾਲ ਕਿਸ ਤਰ੍ਹਾਂ ਨਿਕਾਹ ਕਰਨਾ ਚਾਹਨਾ ਸੀ? ਉਹ ਤਾਂ ਸ਼ਾਦੀशुदा ਸੀ, ਉਹਦੇ ਬੱਚੇ ਸਨ। ਕਿੰਨੇ ਬੱਚੇ ਸਨ ਉਹਦੇ? 4 ਸਰ। 4 ਬੱਚੇ ਸਨ ਤੇ ਉਹਦੇ ਨਾਲ ਤੂੰ ਨਿਕਾਹ ਕਿਸ ਤਰ੍ਹਾਂ ਕਰ ਸਕਣਾ ਸੀ? ਤੇਰੀ ਤੇ ਭਾਬੀ ਲੱਗਦੀ ਸੀ ਉਹ। ਜੀ ਸਰ। ਹਾਂ ਕਿਉਂ ਨਿਕਾਹ ਕਰਨਾ ਚਾਹਨਾ ਸੀ? ਕੀ ਮਾਮਲਾ ਸੀ? ਸਰ ਤੋਂ 2.5 ਸਾਲ ਤੋਂ ਫੋਨ ਤੇ ਵੀ ਗੱਲਬਾਤ ਹੁੰਦੀ ਰਹੀ ਕਿਹਦੇ ਨਾਲ? ਮੁੰਡੇ ਦੀ ਮਾਂ ਨਾਲ। ਅੱਛਾ ਕੀ ਨਾਮ ਹੈ ਉਹਦਾ? ਸਬਾ। ਹਾਂ ਸਬਾ। ਸਬਾ। ਸਬਾ ਨਾਲ ਤੇਰੇ ਤਲਕਾਤ ਸਨ? ਜੀ ਸਰ। ਨਾਜਾਇਜ਼ ਤਲਕਾਤ ਸਨ? ਜੀ ਸਰ। ਕਿੰਨੇ ਅਰਸੇ ਤੋਂ? 2-2.5 ਸਾਲ ਤੋਂ ਸਰ। 2-2.5 ਸਾਲ ਤੋਂ। ਤੇ ਫਿਰ ਵਜ੍ਹਾ ਕੀ ਸੀ? ਅਗਰ ਤਲਕਾਤ ਉਹਦੀ ਮਾਂ ਨਾਲ ਸਨ ਤੇ ਬੱਚੇ ਨੂੰ ਹੀ ਕਿਉਂ ਮਾਰਿਆ? ਸਰ ਉਹਨੇ ਕਿਹਾ ਸੀ ਮੇਰਾ ਮੁੰਡਾ ਜਵਾਨ ਹੋ ਰਿਹਾ, ਮੈਂ ਨਹੀਂ ਕਰਾ ਸਕਦੀ ਕੀ ਨਿਕਾਹ। ਅੱਛਾ ਤੂੰ ਨਿਕਾਹ ਕਰਨਾ ਚਾਹਨਾ ਸੀ? ਜੀ ਸਰ। ਹੈਂ ਜੀ। ਤੇ ਉਹ ਕੀ ਕਹਿੰਦੀ ਸੀ? ਕਹਿੰਦੇ ਸੀ ਮੇਰਾ ਮੁੰਡਾ ਜਵਾਨ ਹੈ, ਮੈਂ ਨਹੀਂ ਕਰਾ ਸਕਦੀ। ਅੱਛਾ ਮੈਂ ਨਹੀਂ ਕਰਾ ਸਕਦੀ। ਫਿਰ ਤੂੰ ਕੀ ਕਿਹਾ? ਉਹਨੇ ਕਿਹਾ ਸੀ, ਮਾਂ ਉਹਦੀ ਨੇ ਕਿਹਾ ਕਿ ਬੱਚੇ ਮੇਰੇ ਨੂੰ ਮਾਰ ਦੇ? ਨਹੀਂ। ਹਾਂ ਕਿਹਨੇ ਕਿਹਾ ਸੀ? ਕਿਸੇ ਵੀ ਨਹੀਂ ਕਿਹਾ ਸਰ। ਅੱਛਾ ਫਿਰ ਤੂੰ ਕਿਉਂ ਕੀ ਸੋਚ ਕੇ ਮਾਰਿਆ ਉਹਨੂੰ? ਵੀ ਹੋਈ ਵੀ ਉਹਨੇ ਨਾ ਕੀਤੀ ਸੀ ਉਹਦੀ ਵਜ੍ਹਾ ਤੋਂ। ਹੈਂ ਵੀ ਉਹਦੀ ਵਜ੍ਹਾ ਤੋਂ ਉਹਨੇ ਨਾ ਕੀਤੀ ਸੀ ਕਿਹਦੀ ਵਜ੍ਹਾ ਨਾਲ? ਮੁੰਡੇ ਦੀ। ਅੱਛਾ ਉਹਦੀ ਵਜ੍ਹਾ ਤੋਂ ਉਹਨੇ ਨਾ ਕੀਤੀ ਸੀ ਤੇ ਤੂੰ ਕਿਹਾ ਉਹਨੂੰ ਮੈਂ ਰਸਤੇ ਤੋਂ ਹਟਾ ਦਿਆਂ? ਜੀ ਸਰ। ਇਸ ਤਰ੍ਹਾਂ ਹੀ ਹੈ? ਜੀ। ਤੇ ਤੇਰੇ ਤਲਕਾਤ ਕਿਸ ਤਰ੍ਹਾਂ ਕਾਇਮ ਹੋਏ ਉਹਦੇ ਨਾਲ? ਸਰ ਪਹਿਲੇ ਇਹਨਾਂ ਫੋਨ ਕੀਤਾ ਸੀ ਮੈਨੂੰ। ਕਿੰਨੇ? ਇਹਨਾਂ ਹੀ ਮੇਰੇ ਫੋਨ ਕੀਤਾ ਸੀ। ਸਭਾ ਨੇ? ਜੀ ਸਰ। ਕੀ ਕਹਿੰਦੀ ਸੀ? ਇਹਨਾਂ ਕਿਹਾ ਮੈਂ ਇਹਨਾਂ ਨੂੰ ਤਕਰੀਬਨ 20-25 ਸਾਲ ਬਾਅਦ 24-25 ਸਾਲ ਬਾਅਦ ਇਹਨਾਂ ਨਾਲ ਮਿਲਿਆ ਸੀ ਨਾ ਇਸ ਵਾਸਤੇ। ਅੱਛਾ ਤੇ ਇਹਨਾਂ ਕਿਹਾ ਸੀ ਵੀ ਸਾਰਿਆਂ ਨੂੰ ਆ ਕੇ ਮਿਲ ਜਾ। ਅੱਛਾ। ਪਹਿਲੇ ਮੈਂ ਆਇਆ ਸੀ, ਉਹ ਇਹ ਨਹੀਂ ਮਿਲਿਆ। ਕੁੱਪੀ ਮਿਲੀ ਹੈਗੀ ਸੀ, ਬਾਕੀ ਸਾਰੇ ਮਿਲੇ ਹੈਗੇ ਹਨ। ਠੀਕ ਹੈ। ਤੇ ਉਸ ਤੋਂ ਬਾਅਦ ਫਿਰ ਮੈਂ ਚਲਾ ਗਿਆ। ਠੀਕ ਹੈ ਫਿਰ? ਉਹਨੇ ਕਿਦੋਂ ਨੰਬਰ ਲਿਆ ਮੇਰਾ। ਅੱਛਾ। ਫਿਰ ਉਹਨੇ ਮੈਨੂੰ ਫੋਨ ਕੀਤਾ। ਪਹਿਲੀ ਦਫਾ ਇਹਨੇ ਫੋਨ ਕੀਤਾ, ਰਾਬਤਾ ਤੇਰੇ ਨਾਲ ਇਹਨੇ ਕੀਤਾ? ਜੀ ਸਰ। ਅੱਛਾ ਫਿਰ? ਫਿਰ ਸਰ ਇਹਨਾਂ ਨੇ ਕਿਹਾ ਸੀ ਮੈਨੂੰ ਆ ਕੇ ਮਿਲ ਜਾ, ਤੇ ਮੈਂ ਕਿਹਾ ਕਿ ਮੈਂ ਕੰਮ ਤੇ ਲੱਗਾ ਹਾਂ, ਇੱਕ ਵਾਰੀ ਕੰਮ ਕਰ ਰਿਹਾ। ਅੱਛਾ ਕਰਾਚੀ ਸੇ ਤੂੰ ਨਹੀਂ ਉਦੋਂ? ਉਸ ਟਾਈਮ ਮੈਂ ਘਰ ਹੁੰਦਾ ਸੀ। ਅੱਛਾ ਇਹਨੇ ਕਿਹਾ ਇੱਕ ਦਫਾ ਆ ਕੇ ਮਿਲ ਜਾ। ਜੀ। ਕਿਉਂ ਕਹਿ ਰਹੀ ਸੀ ਮਿਲਣ ਵਾਸਤੇ? ਕਹਿ ਰਹੇ ਸੀ ਵੀ ਅਸੀਂ ਵੇਖਣਾ ਹੈਗਾ। ਕੌਣ ਕਹਿ ਰਹੇ ਸੀ? ਤੇ ਸਾਰੇ ਕਹਿ ਰਹੇ ਸੀ ਵੀ ਨਹੀਂ ਅੱਗੇ। ਸਾਰੇ ਕਹਿ ਰਹੇ ਸਨ ਕਿ ਉਹ ਫੋਨ ਤੈਨੂੰ ਉਹ ਕਰ ਰਹੀ ਸੀ, ਸਾਰੇ ਕਹਿ ਰਹੇ ਗੱਲ ਠੀਕ ਦੱਸ। ਸਰ ਜੀ ਪਹਿਲੇ ਮੈਂ ਆਇਆ ਸੀ ਨਾ, ਤੇ ਉਹ ਸਿਰਫ ਫੁੱਫੀ ਹੈਗੀ ਸੀ ਘਰ। ਅੱਛਾ ਜਾਂ ਬਾਕੀ ਉਹ ਫਰੂਕ ਦੀ ਘਰ ਦੀ ਹੈਗੀ ਸੀ ਬਸ। ਠੀਕ ਹੈ। ਹੋਰ ਕੋਈ ਵੀ ਨਹੀਂ ਹੈਗਾ ਸੀ। ਠੀਕ ਹੈ। ਬਾਅਦ ਵਿੱਚ ਫਿਰ ਉਹਨੇ ਫੋਨ ਕੀਤਾ ਮੇਰੇ ਲਈ। ਠੀਕ ਉਹਨੇ ਹੈ। ਕਿਹਾ ਸੀ ਵੀ ਸਾਨੂੰ ਵੀ ਆ ਕੇ ਮਿਲ ਜਾ। ਅੱਛਾ। ਵੀ ਉਹ ਉਸ ਟਾਈਮ ਅਲੱਗਾ ਰਹਿੰਦੇ ਹਨ, ਅੱਛਾ ਵੀ ਸਾਨੂੰ ਵੀ ਆ ਕੇ ਮਿਲ ਜਾ। ਫਿਰ ਤੂੰ ਮਿਲਿਆ ਇਹਨੂੰ ਆ ਕੇ? ਫਿਰ ਮੈਂ ਆਇਆ ਇੱਥੇ, ਇੱਕ ਰਾਤ ਰਿਹਾ। ਕਿੱਥੇ ਰਿਹਾ? ਉਹਨਾਂ ਕੋਲ ਵੀ ਰਿਹਾ, ਫਿਰ ਅੱਗੋਂ ਦੂਸਰੇ ਦਿਨ ਫੁੱਫੀ ਅੱਲੇ ਵੀ ਰਿਹਾ। ਅੱਛਾ। ਫਿਰ ਮੈਂ ਘਰ ਚਲਾ ਗਿਆ। ਅੱਛਾ ਤੇ ਫਿਰ ਇਹਦੇ ਨਾਲ ਤੇਰੇ ਨਾਲ ਤਲਕਾਤ ਵਾਲੀ ਗੱਲ ਕਿਹੜੀ ਹੋਈ? ਉਹਨੇ ਮਿਲਣ ਵਾਸਤੇ ਕਿਹਾ ਸੀ? ਸਰ ਉਹ ਤਾਂ ਫਿਰ ਫੋਨ ਤੇ ਗੱਲਬਾਤ ਕੀ ਫੋਨ ਤੇ ਗੱਲ ਹੋਈ? ਉਹੀ ਪੁੱਛ ਰਿਹਾ ਨਾ, ਦੱਸ ਨਾ ਫੋਨ ਤੇ ਕੀ ਗੱਲ ਹੋਈ ਸੀ? ਸਰ ਜੀ ਜਿਵੇਂ ਕੁੜੀ ਮੁੰਡੇ ਚਾਹੁੰਦੀ ਹੁਣ ਇਸ ਤਰ੍ਹਾਂ ਕਿਵੇਂ ਯਾਦ ਰਵੇ? ਕੀ ਕਿਵੇਂ ਯਾਦ? ਤੈਨੂੰ ਮਾਰਨਾ ਯਾਦ ਸੀ? ਕਤਲ ਕਰ ਦਿੱਤਾ 10 ਸਾਲ ਦਾ ਬੱਚਾ ਹੈ, ਯਾਦ ਹੈ ਤੈਨੂੰ? ਇਹ ਤੈਨੂੰ ਪਤਾ ਸੀ ਕਿ ਬੱਚਾ ਮਾਰਨਾ ਹੈ? ਇਹ ਨਹੀਂ ਤੈਨੂੰ ਯਾਦ ਕਿ ਕੀ ਗੱਲ ਹੋਈ? ਝੂਠ ਬੋਲ ਰਹੇ ਹੈ, ਇਲਜ਼ਾਮ ਲਾ ਰਹੇ ਹੈ ਕਿਸੇ ਦੀ ਬੀਵੀ ਤੇ, ਕਿਸੇ ਦੀ ਮਾਂ ਤੇ। ਦੱਸ ਨਾ। ਨਹੀਂ ਸਰ। ਫਿਰ ਦੱਸ ਗੱਲ ਕੀ ਗੱਲ ਹੋਈ ਤੇਰੇ ਨਾਲ? ਕੀ ਕਹਿੰਦੀ ਸੀ ਤੈਨੂੰ? ਇਹ ਤਾਂ ਕੋਈ ਗੱਲ ਨਹੀਂ ਕਿ ਉਹਨੇ ਕਿਹਾ ਆ ਕੇ ਮਿਲ ਜਾ ਤੇ ਤੂੰ ਮਿਲਣ ਆਇਆ ਤੇ ਤੂੰ ਉਹਦੇ ਬੱਚੇ ਨੂੰ ਲਿਜਾ ਕੇ ਮਾਰਤਾ। ਦੱਸ ਨਾ। ਸਰ ਮੈਂ ਕਿਹਾ ਸੀ ਨਾ ਵੀ ਆਪਾਂ ਨਿਕਾਹ ਕਰਨਾ ਹੈਗਾ, ਜਦੋਂ ਮੇਰੇ ਕੋਲ ਗਏ ਸੀ ਅੱਛਾ ਪੂਰੀ ਫੈਮਿਲੀ ਗਿਆ। ਹਾਂ ਉਸ ਟਾਈਮ ਮੈਂ ਘਰ ਆ ਨਹੀਂ ਗਿਆ। ਤੈਨੂੰ ਇਸ ਗੱਲ ਦਾ ਨਹੀਂ ਪਤਾ ਸੀ ਕਿ ਉਹ ਸ਼ਾਦੀशुदा ਹੈ, ਬੱਚਿਆਂ ਵਾਲੀ ਏ, ਤੇ ਤੂੰ ਉਹਨੂੰ ਸਿੱਧਾ ਹੀ ਕਹਿਤਾ ਕਿ ਮੈਂ ਨਿਕਾਹ ਕਰਨਾ? ਜਾਂ ਉਹ ਤੇਰੇ ਵਾਸਤੇ ਰਾਜ਼ੀ ਹੋ ਗਈ ਸੀ? ਸ਼ਾਦੀ ਤੋਂ ਪਹਿਲੇ ਤਾਂ ਜਾਣਨਾ ਸੀ ਉਹਨੂੰ? ਨਹੀਂ ਫਿਰ ਸ਼ਾਦੀ ਤੋਂ ਪਹਿਲੇ ਨਹੀਂ ਜਾਣਦਾ ਸੀ। ਕੀ ਐਸੀ ਗੱਲ ਹੋਈ ਕਿ ਉਹਨੇ ਤੇਰੇ ਨਾਲ ਨਿਕਾਹ ਕਿਉਂ ਕਰੇਗੀ ਉਹ? ਸਰ ਜੀ ਮੈਂ ਉਹਨੂੰ ਕਿਹਾ ਸੀ ਮੈਂ ਕਿ ਸ਼ਾਇਦ ਕਰ ਲਿਓ। ਅੱਛਾ ਉਹਨੇ ਅੱਗੋਂ ਕਿਹਾ ਸੀ ਕਿ ਨਹੀਂ ਮੇਰਾ ਮੁੰਡਾ ਜਵਾਨ ਹੈ, ਕੱਲ ਨੂੰ ਮੈਨੂੰ ਕੀ ਜਵਾਬ ਦੇਵਾਂਗੀ, ਹਾਂ ਇਸ ਵਾਸਤੇ ਮੈਂ ਤੇ ਨਹੀਂ ਕਰਾ ਸਕਦੀ। ਤੇ ਉਹਨੇ ਫਿਰ ਤੇ ਠੀਕ ਕਿਹਾ ਸੀ ਕਿ ਉਹਦੇ ਬੱਚੇ ਵੱਡੇ ਹੋ ਗਏ ਨੇ ਤੇ ਤੂੰ ਉਹਦੇ ਬੱਚਿਆਂ ਨੂੰ ਹੀ ਮਾਰਨ ਟੁਰ ਪਿਆ। ਬਸ ਸਰ ਗੁਨਾਹ ਹੋ ਗਿਆ, ਗਲਤੀ ਹੋ ਗਈ। ਅੱਛਾ ਫਿਰ ਉਹਦੇ ਬਾਅਦ ਕੀ ਹੋਇਆ? ਜਦੋਂ ਤੂੰ ਉਹਨੂੰ ਮਾਰ ਕੇ ਸੁੱਟ ਦਿੱਤਾ ਫਿਰ ਤੂੰ ਕਿੱਥੇ ਗਿਆ? ਕਿਸ ਤਰ੍ਹਾਂ ਕੀ ਕੁਛ ਕਰਦਾ ਰਿਹਾ? ਫਿਰ ਸਰ ਮੈਂ ਘਰ ਆਇਆ ਆਪਣੇ। ਕਿਹੜੇ? ਉੱਥੇ
ਜ਼ਿਲ੍ਹਾ ਉਕਾੜੇ ਅੱਛਾ। ਚੂਚਕ ਹੈ। ठीक है। ਉਹ ਤੋਂ ਫਿਰ ਮੈਂ ਆਪਣੀ ਇੱਕ ਪਹਿਲੀ ਮਾਸੀ ਦੇ ਘਰ ਗਿਆ। अच्छा। ਉੱਥੇ ਗਿਆ, ਉਹ ਫਿਰ ਮੇਰੀ ਮਾਈ ਨੇ ਫੋਨ ਕੀਤਾ ਵੀ ਕਿੱਥੇ ਹੈਗਾ, ਵੀ ਇੰਨਾ ਟਾਈਮ ਹੋ ਗਿਆ। ਮੈਂ ਫਿਰ ਵਾਪਸ ਆਇਆ, ਉਹਨੇ ਕਿਹਾ ਵੀ ਮੈਂ ਉਹਨੂੰ ਦੱਸਿਆ ਵੀ ਮੈਂ ਮਾਸੀ ਦੇ ਘਰ ਆ ਗਿਆ ਹਾਂ। अच्छा। ਉਹਨੇ ਕਿਹਾ ਵੀ ਉੱਥੇ ਆਟਾ ਵੀ ਪਿਆ, ਉਹ ਵੀ ਅੱਗੋਂ ਦੂਸਰੀ ਮਾਸੀ ਦੇ ਘਰ ਦੇਣਾ ਹੀ हाँ ਤੇ ਵਾਪਸ ਆ ਪੈਸੇ ਵੀ ਦੇਣੇ ਆ ਕਿ ਪੈਸੇ ਵੀ ਲੈ ਜਾ। ठीक है। ਮੈਂ ਫਿਰ ਉੱਥੋਂ ਵਾਪਸ ਆ ਗਿਆ ठीक है। ਤੇ ਆਪਣੀ ਅੰਮੀ ਕੋਲ 5000 ਰੁਪਇਆ ਲੈ ਕੇ ਫਿਰ ਉਸੇ ਮਾਸੀ ਕੋਲ ਗਿਆ। अच्छा। ਉਹ ਤੋਂ ਫਿਰ ਆਪਣੇ ਕਜ਼ਨ ਨੂੰ ਨਾਲ ਲੈ ਕੇ ਆਟਾ ਲੈ ਕੇ अच्छा। ਉਹ ਦੂਸਰੀ ਮਾਸੀ ਕੋਲ ਚਲਾ ਗਿਆ। ठीक है। ਉਹ ਤੋਂ ਫਿਰ ਮੈਨੂੰ ਸ਼ਾਮ ਹੋ ਗਈ, ਤਕਰੀਬਨ ਸ਼ਾਮ ਦੇ 7 7:30 ਹੋ ਗਏ। ਉਹ ਤੋਂ ਮੈਂ ਵਾਪਸ ਆਇਆ, ਪਹਿਲੀ ਮਾਸੀ ਕੋਲ ਰਹਿ ਪਿਆ ਜਿੱਥੋਂ ਮੈਂ ਆਪਣੇ ਕਜ਼ਨ ਨਾਲ ਲਿਆ। ठीक है। ਰਾਤ ਉੱਥੇ ਰਿਹਾ ਮੈਂ। ठीक है। ਅੱਗੋਂ ਫਿਰ ਮੈਂ 7-8 ਵਜੇ ਮੈਂ ਆਪਣੇ ਘਰ ਆ ਗਿਆ। ठीक है। ਉਸ ਤੋਂ ਬਾਅਦ ਮੈਂ ਮੋਟਰਸਾਈਕਲ ਘਰ ਖਿਲਾਰਤੀ। ठीक है। ਫਿਰ ਮੈਂ ਇੱਥੇ ਆ ਗਿਆ ਰਾਏ ਪਿੰਡ ਲਾਹੌਰ ਆ ਗਿਆ ਜੀ। ਕਤਲ ਕਰਨ ਤੋਂ ਬਾਅਦ ਫਿਰ ਇੱਥੇ ਆ ਕੇ ਕੀ ਡਰਾਮੇ ਕਰਦਾ ਰਿਹਾ? ਫਿਰ ਸਾਰੇ ਇਹਨਾਂ ਦੇ ਨਾਲ ਹੀ ਲੱਗਾ, ਕੀ ਲੱਗਾ ਰਿਹਾ ਇਹਨਾਂ ਦੇ ਨਾਲ? ਕੀ ਕਰਦਾ ਰਿਹਾ? ਇਹਨਾਂ ਦੇ ਨਾਲ ਹੀ ਆਂਦਾ ਸੀ ਥਾਣੇ। ਅੱਛਾ, ਫਿਰ ਕੀ ਕਰਨਾ ਸੀ ਥਾਣੇ ਆ ਕੇ? ਸਰ ਜੀ ਇਹ ਹੀ ਕਿ ਥਾਣੇ ਨੂੰ ਅੱਗ ਲਾ ਕੇ ਪੁਲਿਸ ਕੰਮ ਨਹੀਂ ਕਰ ਰਹੀ ਸਹੀ। ਅੱਛਾ, ਕਤਲ ਤੂੰ ਆਪ ਕੀਤਾ ਤੇ ਇਲਜ਼ਾਮ ਪੁਲਿਸ ਤੇ ਠਹਿਰਾ ਰਿਹਾ ਸੀ ਕਿ ਥਾਣੇ ਨੂੰ ਅੱਗ ਲਾ ਦਈਏ, ਇਹ ਵੀ ਕਹਿੰਦਾ ਰਿਹਾ? ਜੀ ਸਰ। ਅੱਛਾ, ਕਿਹਨੂੰ ਕਹਿੰਦਾ ਸੀ? ਸਰ ਜਿਹੜੇ ਨਾਲ ਦੇ ਹੈਗੇ ਸੀ ਉਹਨਾਂ ਨੂੰ। ਅੱਛਾ, ਉਹਨਾਂ ਨੂੰ ਕਹਿੰਦਾ ਕਿ ਥਾਣੇ ਨੂੰ ਅੱਗ ਲਾ ਦਈਏ? ਜੀ ਸਰ। ਅੱਛਾ, ਫਿਰ ਉਹ ਕੀ ਕਹਿੰਦੇ ਸਨ ਕਿ ਨਹੀਂ ਲਾਣੀ ਅੱਗ? ਨਹੀਂ ਅੱਛਾ, ਅਗਰ ਤੈਨੂੰ ਉਹ ਕਹਿੰਦੇ ਕਿ ਲਾਣੀ ਹੈ ਤੇ ਤੂੰ ਲਾ ਦੇਣੀ ਸੀ ਥਾਣੇ ਨੂੰ ਅੱਗ? ਨਹੀਂ ਸਰ। ਹੈਂ? ਨਹੀਂ। ਤੇ ਫਿਰ ਕਹਿਣਾ ਕਿਉਂ ਸੀ? ਬਸ ਸਰ ਵੈਸੇ ਹੀ। ਵੈਸੇ ਹੀ ਕਿਵੇਂ ਗੁੰਮਰਾਹ ਕਰ ਰਿਹਾ ਸੀ ਪੁਲਿਸ ਨੂੰ? ਉਹਨਾਂ ਨੇ FIR ਕਿਹਦੇ ਤੇ ਕਰਾਈ ਸੀ? ਮਸਕੀਨ ਨਾਮ ਦੇ ਬੰਦੇ। ਉਹ ਕੌਣ ਸੀ? ਸਰ ਉਹਨੂੰ ਮੈਂ ਨਹੀਂ ਜਾਣਦਾ ਹੈਗਾ, ਉਹ ਕਿਉਂ ਨਾ ਮੇਰੀ ਰਿਸ਼ਤੇਦਾਰੀ ਹੈ ਉਹਨਾਂ ਨਾਲ। ਅੱਛਾ, ਉਹ ਕੌਣ ਹੈ? ਕੌਣ ਸੀ? ਇਹਨਾਂ ਦਾ ਕੀ ਲੱਗਦਾ ਸੀ? ਇਹਦਾ ਸਾਨੂੰ ਲੱਗਦਾ। ਇਹਨਾਂ ਸਾਨੂੰ ਲੱਗਦਾ ਸੀ, ਉਹਦੇ ਤੇ ਸ਼ੱਕ ਕਰ ਰਹੇ ਸਨ। ਜੀ ਸਰ। ਉਹਨੂੰ ਫੜ ਲਿਆ ਸੀ ਉਹਨਾਂ ਨੇ? ਜੀ। ਪੁਲਿਸ ਨੇ ਫੜਿਆ ਸੀ? ਜੀ ਸਰ। ਫਿਰ ਕੀ ਹੋਇਆ? ਫਿਰ ਸਰ ਮਹੀਨਾ ਇੱਥੇ ਬੰਦ ਰਿਹਾ। ਅੱਛਾ, ਫਿਰ ਉਹ ਗੁਨੇਗਾਰ ਨਹੀਂ ਸੀ, ਕਾਤਲ ਤੇ ਤੂੰ ਸੈਂ। ਜੀ ਸਰ। ਫਿਰ ਤੂੰ ਕਿਸ ਤਰ੍ਹਾਂ ਫੜਿਆ ਗਿਆ? ਸਰ ਫਿਰ ਮੋਬਾਈਲ ਦੀ ਲੋਕੇਸ਼ਨ ਤੋਂ। ਹੈਂ? ਲੋਕੇਸ਼ਨ ਤੋਂ ਸਰ। ਮੋਬਾਈਲ ਦੀ ਲੋਕੇਸ਼ਨ ਤੋਂ ਫੜਿਆ ਗਿਆ ਸੈਂ? ਜੀ ਸਰ। ਅੱਛਾ, ਫਿਰ ਤੂੰ ਇਤਰਾਫ ਕੀਤਾ? ਫਿਰ ਤੂੰ ਦੱਸਿਆ? ਸਰ ਫਿਰ ਮੈਂ ਆਪ ਹੀ ਇਹਨਾਂ ਕਿਹਾ ਸੀ ਸਾਨੂੰ ਇਹ ਬੰਦਾ ਦੇ ਦਿਓ। ਅੱਛਾ। ਅੱਗੋਂ ਫਿਰ ਉਹਨਾਂ ਇੱਕ ਰਾਤ ਵਾਸਤੇ ਉਹਨਾਂ ਕਿਹਾ ਸੀ ਵੀ ਅਸੀਂ ਆਪ ਪੁੱਛਤਾਛ ਕਰਾਂਗੇ ਫਿਰ ਅਸੀਂ ਦੇਵਾਂਗੇ। ਅੱਛਾ, ਉਹਨਾਂ ਨੇ ਫਿਰ ਆਪ ਪੁੱਛਗਿੱਛ ਕੀਤੀ ਤੇਰੇ ਕੋਲ? ਜੀ ਸਰ। ਕੀ ਪੁੱਛਿਆ? ਕਿਹਨੇ ਪੁੱਛਿਆ? ਸਰ ਪੁੱਛਿਆ ਸੀ, ਫੁੱਫੀ ਨੇ ਵੀ ਪੁੱਛਿਆ ਸੀ, ਹੂੰ। ਅੱਗੋਂ ਫੁੱਫੀ ਦੇ ਮੁੰਡੇ ਨੇ ਵੀ ਪੁੱਛਿਆ ਸੀ, ਅੱਛਾ। ਸਾਰੀ ਫੈਮਿਲੀ ਨੇ ਮਸਲਾ ਪੁੱਛਿਆ ਸੀ। ਅੱਛਾ, ਉਹਨਾਂ ਨੇ ਤਫਤੀਸ਼ ਕੀਤੀ, ਤਸੱਲੀ ਕੀਤੀ? ਜੀ ਸਰ। ਫਿਰ ਤੂੰ ਕੀ ਕਿਹਾ? ਮੈਂ ਕਿਹਾ ਵੀ ਮੈਂ ਥਾਣੇ ਚਲਾ ਜਾਵਾਂਗਾ, ਤੁਸੀਂ ਮੈਨੂੰ ਥਾਣੇ ਦੇ। ਤੂੰ ਮੰਨ ਗਿਆ ਸੈਂ? ਨਹੀਂ ਉੱਥੇ ਨਹੀਂ ਮੰਨੇ, ਸਾਰੇ ਇੱਥੇ ਆ ਕੇ ਮੰਨੇ ਸੀ। ਇੱਥੇ ਆ ਕੇ ਮੰਨਿਆ ਸੈਂ? ਤੇ ਉੱਥੇ ਕਿਉਂ ਨਹੀਂ ਮੰਨਿਆ ਸੈਂ? ਸ਼ਰਮ ਆਉਂਦੀ ਸੀ? ਜੀ ਸਰ। ਹੈਂ? ਜੀ। ਦੱਸ ਨਾ, ਜੀ ਸਰ। ਕਿਉਂ ਨਹੀਂ ਮੰਨਿਆ ਸੈਂ? ਕਿਸ ਤਰ੍ਹਾਂ ਫੇਸ ਕਰਨਾ ਸੈਂ ਆਪਣੇ ਫੁੱਫੀਜ਼ਾਦ ਭਾਈ ਨੂੰ? ਕਿਸ ਤਰ੍ਹਾਂ ਫੇਸ ਕਰਨਾ ਸੈਂ ਉਹਦੀ ਮਾਂ ਨੂੰ? ਤੇ ਕਹਿਣਾ ਸੈਂ ਥਾਣੇ ਨੂੰ ਅੱਗ ਲਾ ਦਈਏ? ਪਹਿਲੇ ਵੀ ਜੇਲ੍ਹ 'ਚ ਰਿਹਾ? ਜੀ ਸਰ। ਕੀ ਕਿਸ ਜੁਰਮ ਵਿੱਚ? ਚੋਰੀ ਦੇ ਜੁਰਮ ਵਿੱਚ। ਚੋਰੀ ਦੇ ਜੁਰਮ? ਆਦੀ ਮੁਜਰਮ ਹੈ ਤੂੰ। ਕਿੱਥੇ ਕੀਤੀ ਸੀ ਚੋਰੀ? ਸਰ ਪਿੰਡ ਦੇ ਵਿੱਚ ਹੀ। ਕਿਹਦੀ ਚੋਰੀ ਕੀਤੀ ਸੀ? ਸਰ ਉੱਥੇ ਪਿੰਡ ਦੇ ਵਿੱਚ ਸੈਯਦ ਹੈਗੇ ਨੇ ਸਰ। ਕੀ ਚੋਰੀ ਕੀਤਾ ਸੀ? ਸਰ ਬੱਕਰੀ ਦਾ ਇਲਜ਼ਾਮ ਸੀ। ਬੱਕਰੀ? ਜੀ। ਪਰਚਾ ਹੋ ਗਿਆ ਸੀ? ਜੀ ਸਰ। ਫਿਰ ਜੇਲ੍ਹ ਗਿਆ ਸੈਂ? ਨਹੀਂ, ਹਾਂ। ਇੱਕ ਹਫਤਾ ਥਾਣੇ ਰਿਹਾ ਸੀ ਬਸ। ਅੱਛਾ, ਮੰਨ ਗਿਆ ਸੈਂ ਉੱਥੇ ਵੀ? ਬੱਕਰੀ चोरी भी की थी, बच्चे का कत्ल भी कर देता है, ये तेरी दास्तान? जी सर। ठीक है। ये है जी वो सफ़ाक मुलजिम जो अपने फूफीजाद भाई के बेटे को कत्ल करता है और अब यहाँ पे आगे ये भी इल्ज़ाम लगाता है, पता नहीं इसमें हकीकत है या नहीं है। ये कहता है कि मकतूल बच्चे की माँ के साथ ये निकाह करना चाहता था और बच्चे की माँ इसको ये कहती थी कि उसके बच्चे बड़े हो चुके हैं, बड़े हो रहे हैं, इसके साथ वो निकाह नहीं कर सकती। प्लान किया इसने और यहाँ पे पुलिस स्टेशन में आके जो हंगामा राई करते थे लवाहिकीन, उनके साथ ये सबसे आगे होता था। रायविंड थाने को जलाने का भी मशवरा देता था, रायविंड थाने को जलाकर खाकसर करने का भी मशवरा देता था, लेकिन दर हकीकत में ये ख़ुद उस बच्चे का कातिल था। रिकॉर्ड याफ्ता है, उकाड़ा में बकरी चोरी के मुकदमे में भी पकड़ा गया, गिरफ़्तार रहा। अब उसके बाद इसने 8 साल के मासूम बच्चे को कत्ल कर दिया और कत्ल करने के बाद उसकी माँ के ऊपर मुबैना तौर पर इल्ज़ाम लगाता है कि उसके इसके साथ नाजायज़ ताल्लुकात थे।
मकतूल अब्दुर्रहमान, जिसकी उम्र 8 से 10 साल थी, कत्ल करने के बाद उसको दरिया में फेंक दिया जाता है। इन्वेस्टिगेशन होती है, मुलजिम गिरफ़्तार भी हो जाता है। मोहम्मद यूनुस साहब हैं आईओ इस केस के, जिन्होंने तफ्तीश की, मुलजिम को गिरफ़्तार भी किया। ब्लाइंड मर्डर था, कोई सबूत नहीं था, कोई शवाहिद नहीं थे, लेकिन फिर भी मुलजिम की गिरफ़्तारी इन्होंने मुमकिन बनाई। यूनुस साहब बहुत शुक्रिया आपका। यूनुस साहब, बच्चा जब घर से लापता होता है तो अगवा की FIR दर्ज होती है, पुलिस भी तलाश करती है, बच्चे के लवाहकीन भी तलाश करते हैं, नामजद FIR होती है, जिसके ऊपर इल्ज़ाम लगाया जाता है, जिसके ऊपर FIR दर्ज होती है, उसके साथ रिश्तेदारी क्या थी लवाहकीन की। और दूसरी बात ये बताइएगा कि मुलजिम तक आप फिर किस तरह से पहुँचे और मामला बीच में से कुछ बड़ा अजीबोगरीब सा निकला। सबसे पहली बात ये है कि जो आपने पूछा है कि रिश्तेदारी उसके साथ तल्लुक़ क्या है, जो बच्चा है उसका सका खालू नामजद होता है FIR में, अगवा की FIR। ठीक है। तो ज़ाहिर है घर वालों ने उस पे डाउट किया और FIR करवाई। उसके बाद तफ्तीश जो है छोटे ऑफेंस में दर्ज हो जाती है। मुकदमा दर्ज होने के बाद 363 में तो वो एक ASI साहब हैं हमारे, वो तफ्तीश कर रहे होते हैं। उसके बाद 23 तारीख को हुआ होता है, 26 तारीख को थाना सैयद आला, ज़िला ननकाना, दरियाए रावी के इलाके से उसकी डेड बॉडी मिल जाती है। मकतूल की बच्चे की, मकतूल बच्चे की अब्दुर्रहमान की है, जिसकी उम्र 8-9 साल है। ठीक है। तो जब तला मिलती है तो उसके बाद तफ्तीश मेरे हवाले हो जाती है। ठीक है। मैं मौके पे जाता हूँ, उधर बच्चे का ऑलरेडी पोस्टमार्टम पहले हो चुका होता है। वहाँ से डॉक्यूमेंट हासिल करने के बाद डॉक्टर से बातचीत होती है, वो जो क्वेश्चन हैं तफ्तीश के मतलब वो हम करते हैं। ठीक है। उसके बाद हम अपनी इन्वेस्टिगेशन शुरू करते हैं। ठीक है। इसी दौरान जो नामजद FIR मुलज़िम है उसको भी पकड़ लेते हैं, जो और भी हैं उनसे भी इन्वेस्टिगेशन करते हैं, जो मशकूक लोग हैं। ठीक है। लेकिन तफ्तीश से पता चलता है कि ये जो लोग नामजद किए हैं मुद्दई ने, ये बेगुनाह है। ठीक है। इंटेरोगेशन के बाद बात साबित हो जाती है। जी। ठीक है। लेकिन हम जाहिर नहीं करते मुद्दइयों को। मुद्दई मुकदमा के वाकिन जो है ना बच्चे के, उन्होंने काफ़ी हम पे प्रेशर डाला हुआ था कि हमारे ये मुलज़िम पकड़े हुए हैं, इनसे इंटेरोगेशन नहीं कर रहे। वो हत्ता के थाने की हदूद में भी आ गए, थाने को जलाओ, ये कराओ, वो धमकियां देते हैं कि थाना जला देंगे और ये कर देंगे। ठीक है। जो एक लड़का उनके साथ था जिसने ये मर्डर किया था, वो उस ग्रुप में सबसे आगे था, मुतहरिक था, कातिल भी था और एक्टिव था कि थाना भी जला दें, एहतजाज करें, ये करें। ठीक है। जब हमें पहले तो डाउट नहीं हुआ, लेकिन मैंने ज़हन बनाया हुआ था, एक अफसरान की तरफ से है कि मेरिट पे तफ्तीश करनी है, किसी बेगुनाह को चलान नहीं करना। बिल्कुल ठीक है। दूसरा ये है कि जब 3-4 क्वेश्चन मेरे जहन में आए, मैंने डिस्कस भी किया, अपने DSP से डिस्कस किए, अपने इंचार्ज और SP साहब से भी डिस्कस किए। ठीक है। एक पॉइंट ये है कि डेड बॉडी वो ही उधर फेंक सकता है जो वहाँ का जानने वाला है उस जगह। बिल्कुल ठीक। दूसरा क्वेश्चन है कि जो मशकूक होगा साथ मोबाइल भी लेके जाएगा, बिल्कुल ठीक, उसकी लोकेशन भी उधर आएगी। बिल्कुल ठीक। ये भी, और एक जो इनका ग्रुप का मुतहरक आदमी था, जिस दिन बच्चा अगवा होता है इनसे घर से वो भी गायब हो जाता है। ठीक है। रात गायब रहता है, अगले दिन वापस आ जाता है। ठीक है। जो मुलजिम है। ठीक है। तो जब मेरे तफ्तीश मेरे स्पोर्ट हुई, मैं डिस्कस की, उसके बाद मैंने काम शुरू, अपना वर्क शुरू किया। तकरीबन काफ़ी मैंने CDR मूव की, लवाहकीन की, मुलज़िमों की, उनके दोस्तों की, जो मशकूक हुआ मैंने वो उनकी CDR ली, इंटेरोगेशन महल्ले से की, आउटर भी की, उनकी रेपुटेशन भी देखी। ठीक है। एक आदमी जो मुतहरक था उसने
अपना नंबर, मुझे सेल नंबर गलत बताया। जब नंबर उसने गलत बताया तो उसकी सीढ़ियाँ ना आई। ठीक। मैंने दोबारा फिर उससे क्वेश्चन किया नंबर के लिए, फिर उसका शनाख्ती कार्ड लेके खुद ही सिमें निकाली और उसकी सिमें जो है उनका रिकॉर्ड हासिल किया। ठीक है। जिस दिन बच्चा गवाह होता है उस दिन 2.5 घंटे बाद उसकी लोकेशन, 3 घंटे बाद उसकी लोकेशन दरिया की होती है, सैयद वाले की। ठीक है। वहाँ आधा घंटा ठहरता है, उसके बाद वहाँ से अपने रिश्तेदार के पास आता जाता रहता है। ठीक। कभी आगे चला गया, कभी पीछे जाएगा, गाँव चला गया, कभी वालदा, कभी खाला के घर चला गया, ये साबित करने के लिए कि मैं उधर हूँ, उनके पास हूँ, उनको गवाह बनाने के लिए। ठीक। तो मुझे तो डाउट हो गया कि ये आदमी है, असल मुलजिम यही है। मैंने उस मुलजिम को अपने तरीके से पकड़ा और उससे इन्वेस्टिगेशन की, तो ये बात सामने आई कि मुलजिम जो है उसके बच्चे मकतूल की वालदा से जिस्मानी तल्लुकात थे। अच्छा। ठीक है। इसने शादी के लिए भी उनको कहा, मुलजिम ने उस औरत को शादी के लिए भी कहा। ठीक है। ये औरत, ये मुदई बच्चे का वालिद, ये उनके घर आते जाते रहते हैं। ठीक है। वो इनके घर है, ये आपस में रिश्तेदार हैं। ठीक है। जब उन्होंने इनकार किया, उसने कहा कि बच्चा 8-9 साल का समझदार है, मैं शादी नहीं कर सकती, उसने इसको रास्ते से हटाया। ठीक है। तो ये ड्रॉप सीन हो गया। ठीक है। आपके ये उसने सारा यूनुस साहब, इन्वेस्टिगेशन में यकीनन आपने जहानत का मुजाहरा किया और वालदैन जो मुकदमे का मुद्दई था और जो दीगर रिश्तेदार थे वो किसी और रिश्तेदार पे शक कर रहे थे और उसका सबूत ये था कि उन्होंने उस पर नामजद FIR भी करवाई, लेकिन वजह कुछ और निकली। एक ऐसा घिनौना काम निकला जिसको बताते हुए भी शर्म आती है। अच्छा, इसमें जो मकतूल है, जो मकतूल की वालदा है जिसका नाम गालिबन सबा है, क्या ये जानती थी कि मुलजिम मेरे बच्चे को कत्ल करने का इरादा रखता है, या कत्ल करने के बाद उसको पता चल चुका था? पहले तो नहीं पता था उसको, तो उसके बाद इन्वेस्टिगेशन मैंने की है, जो उसने सही सवालों के जवाब मुझे नहीं दिए। ठीक है। इसमें वो भी मशकूक है। अच्छा, मतलब आप पता चल गया था, बाद में चला। मतलब जब तक मुलजिम पकड़ा नहीं गया था और आप मुलजिम तक पहुंच नहीं पाए थे, उससे पहले उसको पता था? नहीं पता था। मारने का नहीं था। मारने का नहीं पता था। अच्छा, अब जो है वो मकतूल की वालदा इतराफ़ करती है कि वाकई यही वजह हो सकती है या कोई और वजह? कुछ बयान आपने लिया उनका, कुछ इन्वेस्टिगेशन आपको कहती है? बेटी तो ज़ाहिर है आपने ऐप पाएगी, वो अपनी बात ये करेगी। ठीक है। अच्छा, मुलजिम ने क्या बताया जो आपने इन्वेस्टिगेशन किया कि कब से उसके नाजायज़ ताल्लुकात थे? तकरीबन 2-2.5 साल के ताल्लुकात थे इनसे आपस में। ठीक है। पैसे भी खाते पर खर्च करता था मुलजिम? ठीक है। ठीक है, मतलब इनके घर में आना जाना भी था, पैसे भी देता था, तो निकाह जो है वो नहीं करना चाहती थी। मुलजिम ने जो बात हमें बताई है उसमें वो ये कहता है कि मकतूल की माँ जो है वो ये कहती थी कि मेरे बच्चे बड़े हो रहे हैं, तो मैं अब तुम्हारे साथ निकाह नहीं कर सकती। मुझे तो भी यही बताया गया। ये थे जी आईओ इस केस के, जिन्होंने हमें सारी तफसील बताई कि ऐसा मुलजिम जिसको मकतूल बच्चे की वालदा के साथ उसके नाजायज़ ताल्लुकात हैं और 2-2.5 साल से ये सिलसिला चलता है, और जब उसको बच्चे को रास्ते से हटाकर कत्ल करने के बाद अगले रोज़ वापस आता है, तो पुलिस जिन लोगों पर शुबा करती है या लवाकिन जिन पे शक करते हैं उनको गिरफ़्तार करते हैं, उनसे इन्वेस्टिगेशन करते हैं, लेकिन ये सरापा एहतजाज होता है, लवाकिन को उकसाता है कि पुलिस स्टेशन को आग लगा दें, पुलिस इन्वेस्टिगेशन ठीक नहीं कर रही है, सीनियर अफसरान को शिकायत लगाएं, इस तरह के मामलात करके केस को उलझाता है। लेकिन पुलिस को ये पता चल जाता है कि जिनके ऊपर शक किया जा रहा है, जिनको नामजद FIR में किया गया है, असल में वो बच्चे को ना अगवा करने वाले हैं और ना ही बच्चे के
कातिल हैं। कातिल कौन है? वही मुलजिम जो सबसे ज़्यादा एहतजाज करता है, सबसे ज़्यादा शोर करता है और सबसे ज़्यादा मुतहरिक है। लेकिन पुलिस की एफ़र्ट यहाँ पे काम आती है, पुलिस अफसरान की, पुलिस उन इन्वेस्टिगेशन करने वाले लोगों की जो जहानत है वो काम आ जाती है और उस असल मुलजिम तक ये पुलिस पहुँच जाती है जो इस वक्त मुलजिम पुलिस की हिरासत में भी है। आज के जुर्म अंजाम में हमने आपको दिखाया माँ हो या बाप, मामूली सी गलतियों की वजह से उनके बच्चे किस तरह से ऐसे मुलजमान के हत्थे चढ़ जाते हैं। फिर मुलजमान जब गिरफ़्तार होते हैं तो बहुत अजीबो-गरीब किस्म के बयानात देते हैं, इल्ज़ामात लगाते हैं। आज के प्रोग्राम में हमने आपको इस तरह की सारी तफसील दिखाई। नए प्रोग्राम तक के लिए मुझे दीजिए इजाज़त। अल्लाह निगहबान।